ਸਤਿ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਐਪੀਸੋਡਾਂ ਦੇ ਵਿੱਚ ਆਪਾਂ 1 ਜੂਨ 2 ਜੂਨ ਅਤੇ 3 ਜੂਨ ਦੇ ਬਾਰੇ ਵਿਚਾਰ ਕੀਤੀ ਸੀਗੀ ਕਿ ਇਹਨਾਂ ਤਿੰਨਾਂ ਦਿਨਾਂ ਦੇ ਵਿੱਚ ਭਾਰਤੀ ਫੌਜ ਨੇ ਕਿਸ ਤਰੀਕੇ ਦੇ ਨਾਲ ਦਰਬਾਰ ਸਾਹਿਬ ਦੀ ਆਨ ਸ਼ਾਨ ਅਤੇ ਅਜ਼ਮਤ 'ਤੇ ਹਮਲਾ ਕੀਤਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹਮਲੇ ਦੀਆਂ ਕਿਸ ਤਰ੍ਹਾਂ ਯੋਜਨਾਵਾਂ ਬਣਾਈਆਂ। ਦਾਸ ਗਿਆਨੀ ਕੁਲਵਿੰਦਰ ਸਿੰਘ ਭੋਗਪੁਰ 4 ਜੂਨ ਦੀ ਵਿਚਾਰ ਕਰਨ ਤੋਂ ਪਹਿਲਾਂ ਇੱਕ ਮੈਂ ਆਪ ਜੀ ਦੇ ਨਾਲ ਭਾਈ ਵੀਰ ਸਿੰਘ ਜੀ ਦਾ ਇੱਕ ਜੋ ਕਵਿਤਾ ਹੈ ਉਸ ਦੇ ਨਾਲ ਮੈਂ ਸਾਂਝ ਪਾਵਾਂਗਾ। ਭਾਈ ਵੀਰ ਸਿੰਘ ਜੀ ਲਿਖਦੇ ਹਨ, ਹੇ ਦੁਨੀਆ ਦੇ ਤੰਗ ਦਿਲ ਲੋਗੋ, ਨਾਲ ਅਸਾਂ ਕਿਉਂ ਲੜਦੇ, ਚੌੜੇ ਦਾ ਅਸੀਂ ਨਹੀਂ ਵਧਣਾ, ਸਿੱਧੇ ਜਾਣਾ ਚੜ੍ਹਦੇ, ਵਿੱਚ ਅਸਮਾਨ ਖਲਾਰਾ ਸਾਡਾ, ਗਿੱਠ ਕੁ ਥਾਂ ਧਰਤੀ 'ਤੇ ਮੱਲੀ, ਫੇਰ ਵੀ ਪਏ ਉਹ ਲੜਦੇ, ਇਹ ਦੁਨੀਆ ਦੇ ਤੰਗ ਦਿਲ ਲੋਕੋ, ਨਾਲ ਅਸਾਂ ਕਿਉਂ ਲੜਦੇ। 4 ਜੂਨ ਸਾਧ ਸੰਗਤ ਜੀ, ਘੰਟਾ ਘਰ ਵਾਲੇ ਪਾਸੇ ਤੋਂ KS ਬਰਾੜ ਨੇ ਆਪਣੀਆਂ ਪੂਰੀਆਂ ਪੋਜੀਸ਼ਨਾਂ ਜਿਹੜੀਆਂ ਉਹ ਹਮਲੇ ਦੀਆਂ ਲੈ ਲਈਆਂ। ਘੰਟਾ ਘਰ ਵਾਲੇ ਪਾਸੇ ਤੋਂ 10 ਗਾਰਡਸ ਨੇ ਅੰਦਰ ਦਾਖਲ ਹੋਣਾ ਅਤੇ ਦਾਖਲ ਹੁੰਦਿਆਂ ਹੀ ਬਾਬਾ ਬੁੱਢਾ ਸਾਹਿਬ ਦੀ ਬੇਰ ਸਾਹਿਬ ਵੱਲ ਨੂੰ ਜਾਂਦਿਆਂ ਅਕਾਲ ਤਖਤ ਸਾਹਿਬ 'ਤੇ ਉਹਨਾਂ ਨੇ ਪਹੁੰਚਣਾ ਹੈ। 9 ਕੁਮਾਊਂ ਰੈਜੀਮੈਂਟ ਨੇ ਗੁਰੂ ਨਾਨਕ ਨਿਵਾਸ, ਤੇਜਾ ਸਿੰਘ ਸਮੁੰਦਰੀ ਹਾਲ, ਗੁਰਦੁਆਰਾ ਬਾਬਾ ਅਟਲ ਰਾਈ, ਗੁਰੂ ਰਾਮਦਾਸ ਨਿਵਾਸ, ਲੰਗਰ ਹਾਲ, ਪਾਣੀ ਦੀ ਟੈਂਕੀ 'ਤੇ ਲੱਗੇ ਜਿਹੜੇ ਮੋਰਚੇ ਹੈ, ਬੁੰਗਿਆਂ 'ਤੇ ਜਿਹੜੇ ਲੱਗੇ ਮੋਰਚੇ ਹੈ, ਇਹਨਾਂ ਦੀ ਸਾਰੀ ਕਮਾਂਡ ਜਿਹੜੀ ਹੈ ਉਹ 9 ਕੁਮਾਊਂ ਰੈਜੀਮੈਂਟ ਨੂੰ ਦਿੱਤੀ ਗਈ। 26 ਮਦਰਾਸ ਜਿਹੜੀ ਹੈ ਉਸ ਨੇ ਟੈਂਕਾਂ ਦੇ ਨਾਲ ਲੰਗਰ ਵਾਲੇ ਪਾਸੇ ਤੋਂ ਅੰਦਰ ਦਾਖਲ ਹੋਣਾ ਹੈ ਔਰ ਜਿਸ ਤਰ੍ਹਾਂ ਹੀ ਲੰਗਰ ਵਾਲੇ ਪਾਸੇ ਤੋਂ ਦਾਖਲ ਹੁੰਦੀ ਹੈ ਉਸ ਨੇ ਸੱਜੇ ਪਾਸੇ ਅਤੇ ਖੱਬੇ ਪਾਸੇ ਨੂੰ ਫੈਲ ਜਾਣਾ ਹੈ। ਇਹ 26 ਮਦਰਾਸ ਨੇ ਟੈਂਕਾਂ ਦੇ ਨਾਲ ਇਹ ਕੰਮ ਕਰਨਾ ਹੈ। ਬਾਬਾ ਦੀਪ ਸਿੰਘ ਜੀ ਸ਼ਹੀਦਗੰਜ ਦੇ ਅਸਥਾਨ ਵੱਲੋਂ 15 ਕੁਮਾਊਂ ਰੈਜੀਮੈਂਟ ਅਤੇ 9 ਗੜਵਾਲ ਰੈਜੀਮੈਂਟ ਨੇ ਦਾਖਲ ਹੋ ਕੇ ਅਕਾਲ ਤਖਤ ਸਾਹਿਬ ਵੱਲ ਨੂੰ ਜਾਣਾ ਹੈ। ਹੁਣ ਆਪਾਂ ਥੋੜ੍ਹਾ ਜਿਹਾ ਦੇਖੀਏ ਕਿੱਥੇ ਕਿੱਥੇ ਸਿੰਘਾਂ ਦੇ ਮੋਰਚੇ ਹਨ ਔਰ ਉੱਥੇ ਕਿਹੜੇ ਕਿਹੜੇ ਸਿੰਘ ਜਿਹੜੇ ਹਨ, ਜੁਝਾਰੂ ਜਿਹੜੇ ਹਨ, ਉਹ ਜਨਰਲ ਸੁਬੇਗ ਸਿੰਘ ਜੀ ਨੇ ਤਾਇਨਾਤ ਕੀਤੇ ਹੋਏ ਹਨ। ਬ੍ਰਹਮ ਬੂਟਾ ਅਖਾੜਾ 'ਤੇ ਭਾਈ ਸਾਹਿਬ ਭਾਈ ਮੇਜਰ ਸਿੰਘ ਨਾਗੋਕੇ ਵਾਲੇ, ਲੰਗਰ ਹਾਲ 'ਤੇ ਲੰਗਰ ਹਾਲ ਦੀ ਛੱਤ 'ਤੇ ਬਾਬਾ ਠਾਰਾ ਸਿੰਘ ਜੀ ਅਤੇ ਉਹਨਾਂ ਦੇ ਨਾਲ ਸਿੰਘ, ਘੰਟਾ ਘਰ ਵਾਲੇ ਪਾਸੇ ਭਾਈ ਸਤਿੰਦਰ ਸਿੰਘ PT ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਿੰਘ, ਬਾਬਾ ਦੀਪ ਸਿੰਘ ਜੀ ਸ਼ਹੀਦਗੰਜ ਅਤੇ ਭਾਈ ਮੋਹਰ ਸਿੰਘ ਆਪਣੇ ਸਾਥੀਆਂ ਦੇ ਨਾਲ ਔਰ ਸ਼ਬੀਲ ਦੇ ਆਸੇ ਪਾਸੇ ਬਾਬਾ ਦੀਪ ਸਿੰਘ ਜੀ ਵੱਲੋਂ ਜਾਂਦਿਆਂ ਅਕਾਲ ਤਖਤ ਸਾਹਿਬ ਨੂੰ ਜਾਂਦਿਆਂ ਜਿਹੜੀ ਸ਼ਬੀਲ ਹੈ ਉਸ ਸ਼ਬੀਲ ਦੇ ਆਸੇ ਪਾਸੇ ਦੇ ਜਿਹੜੇ ਕਮਰੇ ਹਨ ਉੱਥੇ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ PA ਅਤੇ ਸਾਥੀ, ਅਕਾਲ ਤਖਤ ਦੇ ਨਾਲ ਜਿਹੜੀ ਲਾਲ ਬਿਲਡਿੰਗ ਹੈ ਉਸ ਲਾਲ ਬਿਲਡਿੰਗ 'ਤੇ ਭਾਈ ਨਿਰੰਤਰ ਸਿੰਘ ਉਰਫ ਭਾਈ ਕਾਬਲ ਸਿੰਘ ਦਮਦਮੀ ਟਕਸਾਲ ਵਾਲੇ ਅਤੇ ਜਨਰਲ ਸੁਬੇਗ ਸਿੰਘ ਦੀ ਨਿਗਰਾਨੀ ਦੇ ਵਿੱਚ ਇਹ ਮੋਰਚਾ ਹੈ। ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਭਾਈ ਸਾਹਿਬ ਭਾਈ ਰਸਾਲ ਸਿੰਘ ਜੀ ਅਤੇ ਉਹਨਾਂ ਦੇ ਸਾਥੀ। 3 ਜੂਨ ਦੀ ਰਾਤ ਨੂੰ ਵੀ ਰੁਕ ਕੇ ਫਾਇਰਿੰਗ ਹੁੰਦੀ ਰਹੀ। ਕਿਤੇ ਕਿਤੇ ਸਿੰਘਾਂ ਨੇ ਫਾਇਰਿੰਗ ਦਾ ਜਵਾਬ ਦਿੱਤਾ ਲੇਕਿਨ ਚੰਗੀ ਤਰ੍ਹਾਂ ਜਵਾਬ ਨਹੀਂ ਦਿੱਤਾ। ਪਰੰਤੂ 4 ਜੂਨ ਨੂੰ ਸਵੇਰ ਜਿਹੜੀ ਇੱਕ ਚੜ੍ਹੀ ਹੈ 4:30 ਵਜੇ ਅਕਾਲ ਤਖਤ ਸਾਹਿਬ 'ਤੇ ਹਮਲਾ ਕੀਤਾ ਗਿਆ। ਅੱਗੋਂ ਜਵਾਬੀ ਫਾਇਰਿੰਗ ਵੀ ਹੋਈ ਹੈ। KS ਬਰਾੜ ਨੇ ਆਪਣੀ ਫੌਜੀ ਜਵਾਨਾਂ ਵਾਸਤੇ ਮੈਡੀਕਲ ਪੁਆਇੰਟਸ ਜਿਹੜੇ ਹੈ ਉਹ ਸੈਟਅਪ ਕਰ ਲਏ ਹਨ ਤਾਂ ਜੋ ਅਗਰ ਕੋਈ ਫੌਜੀ ਜ਼ਖਮੀ ਹੁੰਦਾ ਹੈ ਅਤੇ ਉਸ ਨੂੰ ਮੈਡੀਕਲ ਸਹਾਇਤਾ ਜਿਹੜੀ ਹੈ ਉਹ ਛੇਤੀ ਤੋਂ ਛੇਤੀ ਦਿੱਤੀ ਜਾਵੇ। ਇਹ KS ਬਰਾੜ ਨੇ 3 ਜੂਨ ਦੀ ਰਾਤ ਨੂੰ ਸਾਰੀ ਸੈਟਿੰਗ ਕਰ ਲਈ ਹੈ।
ਉਧਰਲੇ ਪਾਸੇ ਦੂਸਰੇ ਪਾਸੇ ਦੇਖੋ, ਇਹਨਾਂ ਫੌਜੀ ਜਵਾਨਾਂ ਦੇ ਵਾਸਤੇ ਤੇ ਮੈਡੀਕਲ ਪੁਆਇੰਟਸ ਹਨ, ਮੈਡੀਕਲ ਪੁਆਇੰਟਸ ਇਹਨਾਂ ਨੇ ਸੈਟਅਪ ਕੀਤੇ ਹਨ। ਲੇਕਿਨ ਦੂਜੇ ਪਾਸੇ ਜਿਹੜੇ ਜੁਝਾਰੂ ਸਿੰਘ ਹਨ ਉਹ ਵਾਹਿਗੁਰੂ ਦੇ ਆਸਰੇ 'ਤੇ ਮੋਰਚਿਆਂ ਦੇ ਵਿੱਚ ਬੈਠੇ ਹੋਏ ਹਨ। ਜੇ ਉਹਨਾਂ ਦੇ ਕਿਤੇ ਗੋਲੀ ਲੱਗਦੀ ਹੈ, ਉਹਨਾਂ ਦੇ ਸਰੀਰ 'ਚੋਂ ਖੂਨ ਨਿਕਲਦਾ ਅਤੇ ਉਹ ਖੂਨ ਨਿਕਲਦਾ ਹੀ ਜਾ ਰਿਹਾ, ਉਹ ਖੂਨ ਜਿਹੜਾ ਵਗੀ ਹੀ ਜਾ ਰਿਹਾ। ਉਹਨਾਂ ਵਾਸਤੇ ਕੋਈ ਮੈਡੀਕਲ ਹੈਲਪ ਨਹੀਂ ਹੈ। ਉਹ ਸਿਰਫ ਅਤੇ ਸਿਰਫ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਸਰੇ 'ਤੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਆਸਰੇ 'ਤੇ ਉਹ ਮੋਰਚਾਬੰਦੀ ਕਰਕੇ ਬੈਠੇ ਹੋਏ ਹਨ। ਜਨਰਲ ਸੁਬੇਗ ਸਿੰਘ ਦੇ ਕੋਲ ਮੋਰਚਾਬੰਦੀ ਦੇਖਣ ਵਾਸਤੇ ਕੁਲਦੀਪ ਸਿੰਘ ਬਰਾੜ ਨੇ ਨਾ ਇੱਕ ਕੈਪਟਨ ਜਸਬੀਰ ਰੈਣਾ ਨੂੰ ਭੇਜਿਆ ਸ਼ਰਧਾਲੂ ਬਣਾ ਕੇ ਕਿ ਤੂੰ ਜਾ ਕੇ ਅੰਦਰਲੀ ਰਿਪੋਰਟ ਲੈ ਕੇ ਆ, ਤਾਂ ਜੋ ਪਤਾ ਲੱਗ ਸਕੇ ਵੀ ਉਹਨਾਂ ਦੀ ਮੋਰਚਾਬੰਦੀ ਕਿਸ ਤਰ੍ਹਾਂ ਦੀ ਹੈ। ਉਹ ਸ਼ਰਧਾਲੂ ਬਣ ਕੇ ਗਿਆ, ਸਾਰੇ ਮੋਰਚਿਆਂ ਦੀ ਰਿਪੋਰਟ ਲੈ ਕੇ ਆਇਆ। ਸਾਰੇ ਮੋਰਚਿਆਂ ਦੀ ਰਿਪੋਰਟ ਉਹਨੇ ਕੁਲਦੀਪ ਸਿੰਘ ਬਰਾੜ ਨੂੰ, ਜਿਹੜਾ ਉਹਨਾਂ ਨੇ ਉੱਥੇ ਆਪਣਾ ਹੈੱਡਕੁਆਟਰ ਬਣਾਇਆ ਸੀਗਾ, ਉਸ ਹੈੱਡਕੁਆਟਰ ਵਿੱਚ ਆ ਕੇ ਦਿੱਤੀ। ਪਰੰਤੂ ਇੱਥੇ ਇੱਕ ਗੱਲ ਵਰਣਨਯੋਗ ਹੈ ਕਿ ਜੇਕਰ ਕੁਲਦੀਪ ਸਿੰਘ ਬਰਾੜ ਦੇ ਕੋਲ ਸਾਰੀ ਖੁਫੀਆ ਰਿਪੋਰਟ ਮੋਰਚਿਆਂ ਦੀ, ਜੁਝਾਰੂਆਂ ਸਿੰਘਾਂ ਦੀ ਸੀ, ਅਤੇ ਉਹਦੇ ਬਾਵਜੂਦ ਵੀ ਫੌਜ ਦਾ ਇਤਨਾ ਨੁਕਸਾਨ ਕਿਉਂ ਹੋਇਆ? ਹੁਣ ਕਿਤਨਾ ਨੁਕਸਾਨ ਫੌਜ ਦਾ ਹੋਇਆ ਇਹ ਆਪਾਂ ਅੱਗੇ ਆਉਣ ਵਾਲੇ ਸਮੇਂ ਵਿੱਚ ਦੇਖਾਂਗੇ। ਫਿਰ ਵੀ ਉਹਦਾ ਇਤਨਾ ਨੁਕਸਾਨ ਕਿਉਂ ਹੋਇਆ? ਦਰਅਸਲ ਗੱਲ ਇਹ ਸੀਗੀ ਕਿ ਜਸਬੀਰ ਰੈਣਾ ਇਹ ਸਮਝਦਾ ਸੀ ਕਿ ਖਰੇ ਮੈਂ ਜਨਰਲ ਸੁਬੇਗ ਸਿੰਘ ਜੀ ਨੂੰ ਬੇਵਕੂਫ ਬਣਾ ਕੇ ਅਤੇ ਉਹਦੇ ਮੋਰਚੇ ਦੇਖ ਕੇ ਆ ਜਾਵਾਂਗਾ। ਅੱਗੋਂ ਜਨਰਲ ਸੁਬੇਗ ਸਿੰਘ ਵੀ ਉਹ ਹੈ ਜਿਹਨੂੰ ਕੁਲਦੀਪ ਸਿੰਘ ਬਰਾੜ ਮੰਨਦਾ ਕਿ ਜਦੋਂ ਮੈਂ 1950 ਦੇ ਵਿੱਚ ਭਰਤੀ ਹੋਇਆ ਸੀ ਅਤੇ ਜਨਰਲ ਸੁਬੇਗ ਸਿੰਘ ਮੇਰਾ ਉਸਤਾਦ ਸੀਗਾ। ਜਦੋਂ 1971 ਦੇ ਵਿੱਚ ਬੰਗਲਾਦੇਸ਼ ਨੂੰ ਅਲੱਗ ਕਰਵਾਇਆ, ਪਾਕਿਸਤਾਨ ਨਾਲ ਜੰਗ ਹੋਈ, ਬੰਗਲਾਦੇਸ਼ ਨੂੰ ਅਲੱਗ ਕਰਾਇਆ, ਉਸ ਸਮੇਂ ਇਹ ਜਨਰਲ ਸੁਬੇਗ ਸਿੰਘ ਉਹੀ ਸੀਗਾ ਜਿਹਦੀ ਕਮਾਂਡ ਦੇ ਵਿੱਚ KS ਬਰਾੜ ਕਹਿੰਦਾ ਮੈਂ ਨੌਕਰੀ ਕਰਦਾ ਸੀਗਾ। ਕਹਿਣ ਤੋਂ ਭਾਵ ਕਿ KS ਬਰਾੜ ਆਪਣੀ ਕਿਤਾਬ ਜਿਹੜੀ ਬਲੂ ਸਟਾਰ ਆਪਰੇਸ਼ਨ ਹੈ ਉਹਦੇ ਵਿੱਚ ਮੰਨਦਾ ਕਿ ਮੈਂ 3 ਵਾਰ ਜਨਰਲ ਸੁਬੇਗ ਸਿੰਘ ਨੂੰ ਮਿਲਿਆ। ਇੱਕ ਵਾਰ 1950 ਦੇ ਵਿੱਚ ਜਦੋਂ ਮੈਂ ਭਰਤੀ ਹੋਇਆ, ਉਦੋਂ ਮੈਂ ਟ੍ਰੇਨਿੰਗ ਕਰਦਾ ਸੀ। ਦੂਸਰੀ ਵਾਰ ਜਦੋਂ ਬੰਗਲਾਦੇਸ਼ ਨਾਲ ਜੰਗ ਹੋਈ ਹੈ, ਪਾਕਿਸਤਾਨ ਨਾਲ ਜੰਗ ਹੋਈ, ਬੰਗਲਾਦੇਸ਼ ਨੂੰ ਅਲੱਗ ਕਰਾਇਆ, ਉਸ ਸਮੇਂ ਮੈਂ KS ਆਪਣੇ ਜਨਰਲ ਸੁਬੇਗ ਸਿੰਘ ਨੂੰ ਮਿਲਿਆ। ਅਤੇ ਤੀਸਰੀ ਵਾਰ ਮੇਰਾ ਹੁਣ ਮਿਲਾਪ ਹੋ ਰਿਹਾ ਕਹਿੰਦਾ ਜਨਰਲ ਸੁਬੇਗ ਸਿੰਘ ਦਾ। ਦਰਅਸਲ ਜਨਰਲ ਸੁਬੇਗ ਸਿੰਘ ਨੇ ਜਸਬੀਰ ਸਿੰਘ ਰੈਣਾ ਨੂੰ ਦਿਖਾਇਆ ਕੁਛ ਹੋਰ ਅਤੇ ਅਸਲੀਅਤ ਕੁਛ ਹੋਰ ਸੀ, ਜਿਸ ਕਰਕੇ ਫੌਜ ਦਾ ਨੁਕਸਾਨ ਜਿਹੜਾ ਉਹ ਬਹੁਤ ਜ਼ਿਆਦਾ ਹੋਇਆ, ਜੋ ਆਪਾਂ ਅਗਲੇ ਐਪੀਸੋਡਾਂ ਵਿੱਚ ਦੇਖਾਂਗੇ। KS ਬਰਾੜ ਨੂੰ ਇਹ ਵੀ ਡਰ ਸੀਗਾ ਕਿ ਇਸ ਗੱਲ ਦਾ ਖਬਰ ਜਿਹੜੀ ਹੈ ਕਿ ਅਕਾਲ ਤਖਤ ਸਾਹਿਬ 'ਤੇ ਹਮਲਾ ਹੋ ਗਿਆ, ਇਹ ਪੰਜਾਬ ਦੇ ਪਿੰਡਾਂ ਦੇ ਵਿੱਚ ਖਬਰ ਜਿਹੜੀ ਹੈ ਉਹ ਅੱਗ ਵਾਂਗ ਫੈਲ ਗਈ ਹੈ। ਅਤੇ ਉਹਦੇ ਮਨ ਵਿੱਚ ਇਹ ਡਰ ਸੀਗਾ ਕਿ ਜੇਕਰ ਪੰਜਾਬ ਦੇ ਪਿੰਡਾਂ ਤੋਂ ਜਥੇ ਬਣ ਕੇ ਦਰਬਾਰ ਸਾਹਿਬ ਵੱਲ ਚੱਲ ਪਏ ਅਤੇ ਮੇਰੇ ਕੋਲੋਂ ਉਹ ਜਥੇ ਜਿਹੜੇ ਆ ਸੰਭਾਲਣੇ ਮੁਸ਼ਕਲ ਹੋ ਜਾਣੇ ਹਨ। ਇਸ ਲਈ ਉਸਨੇ ਕੀ ਕੀਤਾ, ਹੈਲੀਕਾਪਟਰਾਂ ਦੀ ਮਦਦ ਦੇ ਨਾਲ, ਵਾਇਰਲੈਸ ਸੈੱਟਾਂ ਦੀ ਮਦਦ ਦੇ ਨਾਲ ਉਹਨੇ ਅੰਮ੍ਰਿਤਸਰ ਦੀ ਪੂਰੀ ਜਿਹੜੀ ਘੇਰਾਬੰਦੀ ਕਰ ਦਿੱਤੀ, ਤਾਂ ਜੋ ਪੰਜਾਬ ਦੇ ਵਿੱਚੋਂ ਚੱਲ ਕੇ ਆਉਣ ਵਾਲੇ ਜਿਹੜੇ ਸ਼ਰਧਾਲੂ ਹਨ, ਜਿਨ੍ਹਾਂ ਕੋਲ ਆਪਣੇ ਰਵਾਇਤੀ ਹਥਿਆਰ ਹਨ, ਉਹ ਕਿਤੇ ਦਰਬਾਰ ਸਾਹਿਬ ਨਾ ਪਹੁੰਚ ਜਾਣ। ਇੱਕ ਮੈਂ ਤੁਹਾਨੂੰ ਉਦਾਹਰਣ ਦਿੰਦਾ, ਅੰਮ੍ਰਿਤਸਰ ਤੋਂ ਕਰੀਬ 25 ਕਿਲੋਮੀਟਰ ਦੂਰ ਪਿੰਡ ਹੈ ਗੋਲੇਵਾਲ। ਇਸ ਪਿੰਡ ਵਿੱਚ 50,000 ਸਿੱਖ ਜਿਹੜੇ ਹਨ ਆਪਣੇ ਘਰਾਂ 'ਚੋਂ ਰਵਾਇਤੀ ਹਥਿਆਰ ਲੈ ਕੇ ਇਕੱਠੇ ਹੋ ਗਏ ਹਨ। 20 ਤੋਂ 30 ਹਜ਼ਾਰ ਸਿੱਖ ਜਿਹੜੇ ਹਨ ਉਹ ਹਰੀਕੇ ਪੱਤਨ ਵਾਲੇ ਪਾਸਿਓਂ ਕੂਚ ਕਰਦੇ ਆ ਰਹੇ ਹਨ। ਇਹਨਾਂ ਸਾਰਿਆਂ ਨੂੰ ਫੌਜ ਦੇ ਹੈਲੀਕਾਪਟਰਾਂ ਨੇ ਦਰਬਾਰ ਸਾਹਿਬ ਤੱਕ ਆਉਣ ਤੋਂ ਰੋਕਿਆ, ਔਰ ਇਤਿਹਾਸ ਲਿਖਦਾ ਰਾਈਟਰ ਲਿਖਦੇ ਹਨ ਕਿ ਇਹਨਾਂ 'ਤੇ ਗੋਲੀਬਾਰੀ ਵੀ ਕੀਤੀ ਗਈ ਹੈ, ਜਿਹਦੇ ਕਰਕੇ ਇਹਨਾਂ ਦੇ ਵਿੱਚੋਂ ਕਈ ਸ਼ਹੀਦ ਵੀ ਹੋਏ ਹੈ, ਔਰ ਇਸ ਗੋਲੀਬਾਰੀ ਦੇ ਨਾਲ ਕਈਆਂ ਨੂੰ ਖਿੰਡਾਇਆ ਵੀ ਗਿਆ, ਭਜਾਇਆ ਵੀ ਗਿਆ। ਸਭ ਤੋਂ ਪਹਿਲਾਂ ਅਕਾਲ ਤਖਤ ਸਾਹਿਬ 'ਤੇ
ਬੰਬ ਦੇ ਨਾਲ ਹਮਲਾ ਕੀਤਾ ਗਿਆ। ਬੰਬ ਨਾਲ ਜਦੋਂ ਹਮਲਾ ਕੀਤਾ ਤੇ ਅਕਾਲ ਤਖਤ ਸਾਹਿਬ ਦੀ ਉੱਪਰਲੀ ਮੰਜ਼ਿਲ ਜਿਹੜੀ ਸੀ ਨਾ ਉਹ ਉੜ ਗਈ, ਉਹ ਤਹਿਸ ਨਹਿਸ ਹੋ ਗਈ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਉੱਪਰਲੀ ਮੰਜ਼ਿਲ ਨੂੰ ਛੱਡ ਕੇ ਹੇਠਲੀ ਮੰਜ਼ਿਲ 'ਤੇ ਆ ਗਏ। ਉੱਥੇ ਇਹਨਾਂ ਨੇ ਆ ਕੇ ਇੱਕ ਨਾ ਭਾਈ ਸੁਜਾਨ ਸਿੰਘ ਹੈ ਮਨਾਵਾ, ਭਾਈ ਸੁਜਾਨ ਸਿੰਘ ਮਨਾਵਾ ਦੀ ਇਹ ਡਿਊਟੀ ਲਗਾਈ ਹੈ, ਜਿਸ ਮੋਰਚੇ ਦੇ ਵਿੱਚ ਹਥਿਆਰ ਚਾਹੀਦੇ ਹਨ, ਜਿਸ ਤਰੀਕੇ ਦੇ ਉੱਥੇ ਹਥਿਆਰਾਂ ਦੀ ਲੋੜ ਹੈ, ਇਹ ਭਾਈ ਸੁਜਾਨ ਸਿੰਘ ਮਨਾਵਾ ਦੀ ਡਿਊਟੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਔਰ ਜਨਰਲ ਸੁਬੇਗ ਸਿੰਘ ਨੇ ਲਗਾਈ ਕਿ ਤੁਸੀਂ ਉੱਥੇ ਹਥਿਆਰ ਪਹੁੰਚਾਉਣੇ ਹਨ। ਔਰ ਪੱਤਰਕਾਰ ਔਰ ਜਿਹੜਾ ਇਤਿਹਾਸਕਾਰ ਹਨ ਉਹ ਇੱਥੋਂ ਤੱਕ ਵੀ ਲਿਖਦੇ ਹਨ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਆਪਣੇ ਲੱਕ ਦੇ ਨਾਲ ਬੰਨ੍ਹ ਕੇ, ਕਮਰ ਦੇ ਨਾਲ ਬੰਨ੍ਹ ਕੇ ਹਥਿਆਰ ਆਪ ਵੀ ਮੋਰਚਿਆਂ ਦੇ ਵਿੱਚ ਪਹੁੰਚਾ ਰਹੇ ਹਨ। ਕਿਉਂ ਨਾ ਪਹੁੰਚਾਉਣ ਮੋਰਚਿਆਂ ਦੇ ਵਿੱਚ ਹਥਿਆਰ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਤਾਂ ਜਦੋਂ ਫੌਜ ਦੇਖੀ ਤੇ ਦੇਖ ਕੇ ਉਹਨਾਂ ਦੇ ਚਿਹਰੇ 'ਤੇ ਲਾਲੀ ਆ ਗਈ ਕਿ ਆ ਗਏ ਹਨ ਸਾਡਾ ਮੁਕਾਬਲਾ ਕਰਨ ਵਾਸਤੇ। ਉਹਨਾਂ ਦੇ ਅੰਦਰ ਇੱਕ ਸ਼ੌਂਕ ਪੈਦਾ ਹੋਇਆ ਤੇ ਜੇ ਆਗੂ ਦੇ ਅੰਦਰ ਮੌਤ ਦੇ ਲਈ ਸ਼ੌਂਕ ਪੈਦਾ ਹੋਵੇਗਾ ਤੇ ਉਹਦੇ ਨਾਲ ਦੇ ਜਿਹੜੇ ਸਾਥੀ, ਉਹਦੇ ਨਾਲ ਦੇ ਜਿਹੜੇ ਨਿਕਟਵਰਤੀ, ਉਹਦੀ ਫੌਜ ਦੇ ਜਿਹੜੇ ਬਾਕੀ ਸਿਪਾਹੀ ਆ, ਕੁਦਰਤੀ ਉਹਨਾਂ ਦੇ ਅੰਦਰ ਵੀ ਲਾਲੀ ਦੇ ਨਾਲ ਉਹ ਝੂਮ ਉੱਠਣਗੇ। 12:30 ਵਜੇ ਪਾਣੀ ਵਾਲੀ ਟੈਂਕੀ 'ਤੇ ਗੋਲਾ ਮਾਰਿਆ ਗਿਆ, ਜਿਸ ਨਾਲ ਟੈਂਕੀ ਵਿੱਚ ਵੱਡਾ ਮਘੋਰਾ ਪੈ ਗਿਆ, ਵੱਡਾ ਪਾੜ ਪੈ ਗਿਆ ਔਰ ਉਹਦਾ ਸਾਰਾ ਪਾਣੀ ਜਿਹੜਾ ਰੁੜ ਗਿਆ। SGPC ਦਾ ਜਨਰੇਟਰ ਜਿਹੜਾ ਸੀ ਉਸ ਨੂੰ ਵੀ ਅੱਗ ਲੱਗ ਗਈ। ਕਹਿਣ ਤੋਂ ਭਾਵ ਦਰਬਾਰ ਸਾਹਿਬ ਦਾ ਸੰਬੰਧ ਪਾਣੀ ਨਾਲੋਂ ਵੀ ਟੁੱਟ ਗਿਆ ਤੇ ਬਿਜਲੀ ਨਾਲੋਂ ਵੀ ਟੁੱਟ ਗਿਆ। ਅੱਗੇ ਚਲੀਏ ਆਪਾਂ। 4 ਜੂਨ ਨੂੰ ਭਾਰਤੀ ਫੌਜ ਨੇ ਕੁਛ ਪ੍ਰਾਪਤੀਆਂ ਕੀਤੀਆਂ। ਉਹ ਪ੍ਰਾਪਤੀਆਂ ਕੀ ਕੀਤੀਆਂ? ਬ੍ਰਹਮ ਬੂਟਾ ਅਖਾੜਾ, ਟੈਂਪਲ ਵਿਊ, ਇਹਨਾਂ ਨੇ ਕਬਜ਼ਾ ਕਰ ਲਿਆ। ਲੰਗਰ ਹਾਲ ਦੀ ਛੱਤ ਜਿਹੜੀ ਸੀ ਉਹ ਉਡਾ ਦਿੱਤੀ। ਰਾਮਗੜੀਆ ਬੁੰਗਾ ਜਿਹੜਾ ਸੀ ਉਹ ਉਡਾ ਦਿੱਤਾ। ਤੇ ਜਦੋਂ ਉਡਾ ਦਿੱਤਾ ਨਾ ਤੇ ਇਤਿਹਾਸਕਾਰ ਲਿਖਦੇ ਹੈ ਉਹਦੇ ਬੁੰਗੇ ਦੇ ਵਿੱਚ ਜਿਹੜੇ ਮੋਰਚੇ ਸੀ, ਮੋਰਚਿਆਂ ਦੇ ਵਿੱਚ ਜਿਹੜੀ ਰੇਤਾ ਸੀਗੀ, ਰੇਤਾ ਵਿੱਚ ਭਰੇ ਬੋਰੇ ਸੀਗੇ, ਉਹ ਬੋਰੇ ਆਸਮਾਨ ਦੇ ਵਿੱਚ ਇੱਦਾਂ ਉੜ ਕੇ ਧੂੜ, ਔਰ ਉਹਨਾਂ ਧੂੜ ਦੇ ਵਿੱਚੋਂ ਸਿੰਘਾਂ ਦੀਆਂ ਲਾਸ਼ਾਂ, ਸਿੰਘਾਂ ਦੀਆਂ ਬੋਟੀਆਂ ਵੀ ਜਿਹੜੀਆਂ ਆਸਮਾਨ ਦੇ ਵਿੱਚ ਉੱਡਦੀਆਂ ਸੀਗੀਆਂ। ਇਸ ਤੋਂ ਬਰਾੜ ਬੜਾ ਖੁਸ਼ ਹੋਇਆ। ਉਹਨੇ ਆਪਣੇ ਪੱਟਾਂ 'ਤੇ ਹੱਥ ਮਾਰਿਆ ਕਿ ਮੈਂ ਅੱਧੀ ਜੰਗ ਜਿੱਤ ਲਈ ਹੈ। ਉਸ ਨੂੰ ਉਸ ਸਮੇਂ ਇਹ ਯਕੀਨ ਹੋ ਗਿਆ ਕਿ ਮੇਰੀ ਇੰਨੀ ਤਾਕਤ ਦੇਖ ਕੇ, ਮੇਰੀ ਫੌਜ ਦਾ ਇਤਨਾ ਹਮਲੇ ਭਾਰੀ ਦੇਖ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਆਪਣੇ ਆਪ ਨੂੰ ਸਮਰਪਣ ਕਰ ਦੇਣਗੇ, ਇਹ ਉਹਨੂੰ ਪੂਰਾ ਯਕੀਨ ਹੋ ਗਿਆ। ਲੇਕਿਨ ਇਹ ਉਸ ਦੇ ਮਨ ਦਾ ਭੁਲੇਖਾ ਸੀਗਾ ਕਿ ਸੰਤ ਆਪਣੇ ਆਪ ਨੂੰ ਸਮਰਪਿਤ ਕਰ ਦੇਣਗੇ। ਉਹ ਸ਼ਾਮੀ 7 ਵਜੇ ਤੱਕ ਸੰਤਾਂ ਦੇ ਵੱਲੋਂ ਚਿੱਟੇ ਝੰਡੇ ਦੀ ਉਡੀਕ ਕਰਦਾ ਰਿਹਾ ਕਿ ਕਿਸ ਵੇਲੇ ਸੰਤਾਂ ਦੇ ਵੱਲੋਂ ਚਿੱਟਾ ਝੰਡਾ ਲਹਿਰਾਇਆ ਜਾਵੇ, ਆਤਮ ਸਮਰਪਣ ਦਾ ਬਿਗਲ ਜਿਹੜਾ ਵਜਾਇਆ ਜਾਵੇ ਤੇ ਮੈਂ ਜਾ ਕੇ ਸੰਤਾਂ ਨੂੰ ਗ੍ਰਿਫਤਾਰ ਕਰਾਂ। 4 ਜੂਨ ਦੀ ਰਾਤ ਨੂੰ ਵੀ ਫਾਇਰਿੰਗ ਜਿਹੜੀ ਹੈ ਉਹ ਲਗਾਤਾਰ ਹੁੰਦੀ ਰਹੀ, ਪਰੰਤੂ 4 ਜੂਨ ਦੀ ਸ਼ਾਮ ਤੋਂ ਬਾਅਦ ਦਾ ਜਿਹੜਾ ਸਮਾਂ ਸੀ, ਉਸ ਸਮੇਂ ਨੇ ਬਰਾੜ ਦੇ KS ਬਰਾੜ ਦੇ ਮਨ ਦੇ ਕਈ ਭੁਲੇਖੇ ਜਿਹੜੇ ਸੀ ਨਾ, ਕਈ ਜਿਹੜੇ ਉਹ ਭਰਮ ਪਾਲ ਕੇ ਦਿੱਲੀ ਤੋਂ ਚੱਲ ਕੇ ਆਇਆ ਸੀ ਨਾ, ਜਿਹੜੀਆਂ ਉਹਨੇ ਅੰਮ੍ਰਿਤਸਰ ਛਾਉਣੀ ਦੇ ਵਿੱਚ ਡਿਵੀਜ਼ਨਲ ਹੈੱਡਕੁਆਰਟਰ ਦੇ ਵਿੱਚ ਉਹਨੇ ਜਿਹੜੀਆਂ ਗੱਪਾਂ ਮਾਰੀਆਂ ਸੀਗੀਆਂ, ਫੜਾਂ ਮਾਰੀਆਂ ਸੀਗੀਆਂ, ਉਹਦੇ ਭਰਮ ਜਿਹੜੇ ਚਕਨਾਚੂਰ ਹੋ ਗਏ। ਉਹ ਸਮਝ ਗਿਆ ਵੀ ਇੰਨਾ ਛੇਤੀ ਨਹੀਂ ਹੈ ਦਰਬਾਰ ਸਾਹਿਬ 'ਤੇ ਹਮਲਾ ਕਰਕੇ, ਅਕਾਲ ਤਖਤ ਸਾਹਿਬ 'ਤੇ ਹਮਲਾ ਕਰਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਗ੍ਰਿਫਤਾਰ ਕਰਨਾ। ਅਗਲੇ ਐਪੀਸੋਡ ਦੇ ਵਿੱਚ 5 ਜੂਨ ਨੂੰ ਕੀ ਹੋਇਆ ਉਸ ਦੀ ਆਪਾਂ ਵਿਚਾਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਭ ਭਲੀ ਭਾਂਤ ਜਾਣੂ ਹੋ, 1 ਜੂਨ ਤੋਂ ਲੈ ਕੇ 6 ਜੂਨ ਤੱਕ ਜੋ ਆਪਾਂ ਇਕੱਲੇ ਦਿਨ ਦਾ ਵਹਿਸ਼ੀਆਂ ਨੇ ਹਮਲੇ ਦੀ ਗਾਥਾ ਆਪਾਂ ਲੈ ਰਹੇ ਹਾਂ, ਉਹਦੀ ਵਿਚਾਰ ਕਰ ਰਹੇ ਹਾਂ। ਸਤ ਸੰਗਤ ਜੀ, ਅੱਜ ਆਪਾਂ 5 ਜੂਨ ਦੀ ਵਿਚਾਰ ਕਰਨੀ ਹੈ।
ਦਾਸ ਗਿਆਨੀ ਕੁਲਵਿੰਦਰ ਸਿੰਘ ਭੋਗਪੁਰ। ਅੱਜ ਦੇ ਦਿਨ ਦੀ ਜੋ ਵਿਚਾਰ ਕਰਨ ਤੋਂ ਪਹਿਲਾਂ ਇੱਕ ਪੰਕਤੀਆਂ ਦੇ ਨਾਲ, ਕਵਿਤਾ ਦੇ ਨਾਲ ਮੈਂ ਸਾਂਝ ਪਾਵਾਂਗਾ ਜੋ ਸੰਤ ਰਾਮ ਉਦਾਸੀ ਜੀ ਦੀ ਲਿਖਤ ਹੈ। ਸੰਤ ਰਾਮ ਉਦਾਸੀ ਜੀ ਲਿਖਦੇ ਹਨ, ਮੀਆਂ ਮੀਰ ਜੀ ਰੱਖੋ ਹਰਮੰਦਰ ਦੀ ਨੀਂਹ, ਵਿਥਿਆ ਸਿੱਖੀ ਦੀ ਜੁੱਗਾਂ ਤੱਕ ਹਰੀ ਹੋਵੇ, ਬਣੇ ਠਾਹਰ ਯੋਧਿਆਂ ਜੁਝਾਰੂਆਂ ਦੀ, ਲੋੜ ਪਵੇ ਚਮਕੌਰ ਦੀ ਗੜੀ ਹੋਵੇ। ਵਾਕਿਆ ਹੀ ਇਹ ਜੋ 1984 ਦੀ ਗਾਥਾ ਹੈ, ਅਸੀਂ ਆਪਣੇ ਸਮੇਂ ਦੇ ਵਿੱਚ, ਆਪਣੀ ਹਯਾਤੀ ਦੇ ਵਿੱਚ ਚਮਕੌਰ ਦੀ ਗੜੀ ਤਾਂ ਨਹੀਂ ਦੇਖ ਸਕੇ, ਪਰੰਤੂ 1 ਜੂਨ ਤੋਂ ਲੈ ਕੇ 6 ਜੂਨ ਤੱਕ ਜੋ ਵਾਪਰਿਆ ਹੈ, 1984 ਦਾ ਕਹਿਰ ਵਾਪਰਿਆ ਹੈ, ਉਸ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਬਿਲਕੁਲ ਇਸੇ ਤਰ੍ਹਾਂ ਦੀ ਚਮਕੌਰ ਦੀ ਗੜੀ ਦੀ ਗਾਥਾ ਹੋਵੇਗੀ ਜੋ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਉਹਨਾਂ ਦੇ 2 ਲਖਤੇ ਜਿਗਰ ਅਤੇ 40 ਸਿੰਘ ਜਿਹੜੇ ਹਨ, ਜੁਝਾਰੂ ਹਨ, ਉਹ ਚਮਕੌਰ ਦੀ ਗੜੀ ਦੇ ਵਿੱਚ ਹਨ। ਸਾਧ ਸੰਗਤ ਜੀ, ਮੁੱਠੀ ਭਰ ਯੋਧੇ ਹਨ ਦਰਬਾਰ ਸਾਹਿਬ ਦੇ ਅੰਦਰ। ਉਹਨਾਂ ਨੇ ਆਪਣੇ ਵੱਖਰੇ ਵੱਖਰੇ ਮੋਰਚੇ ਬਣਾਏ ਹਨ ਜੋ ਜਨਰਲ ਸੁਬੇਗ ਸਿੰਘ ਦੀ ਨਿਗਰਾਨੀ ਦੇ ਹੇਠ ਆਪਣੇ ਮੋਰਚਿਆਂ ਨੂੰ ਸੰਭਾਲ ਕੇ ਬੈਠੇ ਹੋਏ ਹਨ। ਉਹਨਾਂ ਨੇ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ, ਗੁਰੂ ਸਾਹਿਬ ਤੋਂ ਥਾਪੜਾ ਲਿਆ ਅਤੇ ਆਪਣੇ ਮੋਰਚਿਆਂ ਦੇ ਵਿੱਚ ਡਟੇ ਹੋਏ ਹਨ। ਜਿਨ੍ਹਾਂ ਕੋਲ ਹਥਿਆਰ ਵੀ ਆਧੁਨਿਕ ਨਹੀਂ ਹਨ ਜੋ ਉਸ ਸਮੇਂ ਦੀ ਫੌਜ ਦੇ ਕੋਲ ਹਨ। ਇਹਨਾਂ ਦੇ ਕੋਲ ਜੋ ਉਸ ਸਮੇਂ ਦੀ ਫੌਜ ਹੈ, ਉਹਨਾਂ ਦੇ ਕੋਲ ਜੋ ਹਥਿਆਰ ਹਨ, ਥੋੜ੍ਹੀ ਜਿਹੀ ਆਪਾਂ ਉਹਨਾਂ ਦੀ ਜਾਣਕਾਰੀ ਪ੍ਰਾਪਤ ਕਰ ਲਈਏ। ਉਸ ਸਮੇਂ ਦੀ ਫੌਜ ਦੇ ਕੋਲ 105 mm ਭਾਰੀ ਤੋਪਾਂ, 38 ਟਨ ਵਿਜੰਤਾ ਟੈਂਕ, ਭਾਰੀ ਤੋਪਖਾਨਾ ਜਿਸ ਵਿੱਚ 25 ਪਾਊਡਰ ਤੋਪਾਂ, ਮਾਰਟਰ ਗੰਨਾ, 3.7 ਇੰਚ ਹਾਵਲ ਗੰਨਾ, ਹੋਵਿਟਜ਼ਰ ਗੰਨਾ, ਬਖਤਰਬੰਦ ਗੱਡੀਆਂ, OT 64 ਬਖਤਰਬੰਦ ਗੱਡੀਆਂ ਜੋ ਪੋਲੈਂਡ ਦੀਆਂ ਬਣੀਆਂ ਹੋਈਆਂ ਹਨ ਅਤੇ ਜਿਹੜੀਆਂ 8 ਪਹੀਆਂ ਹਨ, ਅਤੇ ਇਹਨਾਂ ਤੋਂ ਇਲਾਵਾ ਹੈਲੀਕਾਪਟਰ, ਚੇਤਕ ਹੈਲੀਕਾਪਟਰ ਇਹਨਾਂ ਦੇ ਕੋਲ ਹਨ। ਔਰ ਇਤਨਾ ਭਾਰੀ ਤੋਪਖਾਨਾ, ਇਤਨੀ ਭਾਰੀ ਫੌਜ ਇਸ ਤਰ੍ਹਾਂ ਲੱਗ ਰਹੀ ਸੀ ਜਿਸ ਤਰ੍ਹਾਂ ਉਹ ਕਿਸੇ ਦੇਸ਼ ਦੇ ਉੱਪਰ ਹਮਲਾ ਕਰਨ ਵਾਸਤੇ ਆਏ ਹੋਣ। ਅਤੇ ਨਾਲ ਉਹਨਾਂ ਦੇ ਕੋਲ ਕਨਿਸਟਰ ਗੈਸ, ਜਿਹੜੀ CS ਗੈਸ ਹੈ, ਉਹਦੇ ਕਨਿਸਟਰ ਹਨ, ਜਿਹੜੀ ਜਦੋਂ ਉਹਦੇ ਕਨਿਸਟਰ ਦਾਗੇ ਜਾਂਦੇ ਹਨ ਉਹਨਾਂ 'ਚੋਂ ਧੂੰਆਂ ਨਿਕਲਦਾ ਹੈ ਅਤੇ ਧੂੰਆਂ ਨਿਕਲ ਦੇ ਨਾਲ ਜਿਹੜੇ ਅੱਗੇ ਵਾਲੇ ਯੁੱਧ ਕਰਨ ਵਾਲੇ ਹਨ ਉਹ ਬੇਹੋਸ਼ ਹੋ ਜਾਂਦੇ ਹਨ। ਉਹਨਾਂ ਦੀਆਂ ਅੱਖਾਂ ਦੇ ਵਿੱਚ ਜਿਸ ਤਰ੍ਹਾਂ ਮਿਰਚਾਂ ਲੜ ਰਹੀਆਂ ਹਨ, ਇਸ ਤਰ੍ਹਾਂ ਉਹਨਾਂ ਨੂੰ ਮਹਿਸੂਸ ਹੁੰਦਾ ਹੈ। ਦਰਬਾਰ ਸਾਹਿਬ 'ਤੇ ਹਮਲਾ ਕਰਨ ਸਮੇਂ ਜਦੋਂ ਜਨਰਲ ਮੇਜਰ ਜਨਰਲ ਸੁੰਦਰ ਜੀ ਆਏ ਨਾ, ਅਤੇ ਉਹਨਾਂ ਨੇ ਇੱਕ ਮਕਰਪੁਣੇ ਦੇ ਵਿੱਚ ਗੱਲ ਕਹੀ, ਕਹਿੰਦਾ ਜਦੋਂ ਅਸੀਂ ਦਰਬਾਰ ਸਾਹਿਬ ਆਏ ਸਾਂ, ਦਰਬਾਰ ਸਾਹਿਬ ਦੀ ਹਦੂਦ ਦੇ ਵਿੱਚ ਪਹੁੰਚੇ ਸਾਂ, ਤਾਂ ਸਾਡੇ ਮਨਾਂ ਦੇ ਵਿੱਚ ਨਿਮਰਤਾ ਸੀਗੀ ਅਤੇ ਬੁੱਲ੍ਹਾਂ 'ਤੇ ਪ੍ਰਾਰਥਨਾ ਸੀ। ਇਹ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਸ ਤਰ੍ਹਾਂ ਹਿੰਦੂਆਂ ਦਾ ਇੱਕ ਅਖਾਣ ਹੈ, ਮੂੰਹ ਮੇ ਰਾਮ ਬਗਲ ਮੇ ਛੁਰੀ, ਕਹਿਣਾ ਕੁਛ ਹੋਰ, ਜਿਹਨੂੰ ਬਾਣੀ ਕਹਿੰਦੀ ਹੈ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। 5 ਜੂਨ ਨੂੰ ਸਾਰਾ ਦਿਨ ਗੋਲੀਬਾਰੀ ਰੁਕ ਰੁਕ ਕੇ ਦਿਨ ਦੇ ਵੇਲੇ ਹੁੰਦੀ ਰਹੀ। KS ਬਰਾੜ ਨੇ ਜਿੰਨੀ ਵੀ ਫੌਜ ਸੀਗੀ ਉੱਥੇ, ਉਹਨਾਂ 'ਚੋਂ ਜਿਹੜੇ ਸਿੱਖ ਸੀਗੇ, ਚਾਹੇ ਉਹ JCO ਸੀਗੇ, ਚਾਹੇ ਉਹ ਅਫਸਰ ਸੀਗੇ, JCO ਮੀਨਸ ਜੂਨੀਅਰ ਕਮਿਸ਼ਨ ਅਫਸਰਸ, ਜਿਹੜੇ ਸੂਬੇਦਾਰ, ਨਾਇਬ ਸੂਬੇਦਾਰ ਰੈਂਕ ਤੱਕ ਹੁੰਦੇ ਹਨ, ਉਹਨਾਂ ਨੂੰ ਇਕੱਠੇ ਕਰ ਲਿਆ। ਉਹਨਾਂ ਨੂੰ ਇਕੱਠੇ ਕਰਕੇ ਅਤੇ KS ਬਰਾੜ ਨੇ ਇੱਕ ਲੈਕਚਰ ਦਿੱਤਾ ਤਾਂ ਜੋ ਉਹਨਾਂ ਦੇ ਮਨਾਂ ਦੇ ਵਿੱਚੋਂ ਦਰਬਾਰ ਸਾਹਿਬ ਦੀ ਸ਼ਰਧਾ ਜਿਹੜੀ ਹੈ ਉਹ ਖਤਮ ਹੋ ਜਾਵੇ। ਉਹਨਾਂ ਦਾ ਮਾਈਂਡ ਵਾਸ਼ ਕੀਤਾ। ਮਾਈਂਡ ਵਾਸ਼ ਕਰਨ ਤੋਂ ਬਾਅਦ KS ਬਰਾੜ ਨੇ ਕਿਹਾ ਕਿ ਹੁਣ ਵੀ ਕੋਈ ਸਿੱਖ ਫੌਜੀ
अगर हमला नहीं करना चाहुंदा, साडा साथ नहीं देना चाहुंदा, वो हुण अपना हत्थ खड़ा कर दवे और हत्थ खड़ा करके वापस चलिया जावे। उहदे ते किसी भी किस्म की कोई कार्रवाई नहीं होवेगी। मैं उन्हां दी फौज के अधिकारियों नूं, उन्हां दी यूनिट के अधिकारियों नूं कह देवांगा भी इन्हां ते कोई एक्शन ना लिया जावे। लेकिन किसी ने हत्थ खड़ा नहीं किया। एक सिख ने हत्थ खड़ा किया, उहदा नाम सी कैप्टन जसबीर सिंह रैना, जिहदा आपां पिछले एपीसोडां दे विच जिक्र करके आए हैं, जिन्हों KS बराड़ ने श्रद्धालु बना के संतां नूं मिलण वास्ते अंदर भेजिया सीगा, तां जो वो जनरल सुबेग सिंह दे बनाए हुए मोर्चियां दे बारे पता करके खुफिया रिपोर्ट जिहड़ी है वो दे सके। ये वो है कैप्टन जसबीर सिंह रैना। इसने हत्थ खड़ा किया तो हत्थ खड़ा करके जदों KS बराड़ ने कहा भी तू एक पासे हो जा, फिर तो इन्हें कहा मैं एक पासे होने वास्ते हत्थ खड़ा नहीं किया, मैं हत्थ खड़ा इसलिए किया कि पहली पलटन दे नाल मैं अंदर दाखल होवां, मैनूं हुक्म किया जाए तां जो मैं अपने हत्थां दे नाल संतां नूं गोली मारां जिन्हां ने दरबार साहिब की बेअदबी की। इस तरीके दे नाल KS बराड़ ने सिखां दा माइंड वॉश किया सीगा। उन्हां दी ये मानसिकता, उन्हां दी ये सी उन्हां दी मानसिकता। इत्थों तक वो जिहड़े सिख सन उन्हां दा माइंड जिहड़ा सी, उन्हां दे अंदरों शरधा जिहड़ी सी वो खत्म हो चुकी सी। 4:30 बजे अनाउंसमेंट हो रही सी आत्म समर्पण की। 7 बजे तक लगातार होंदी रही कि हुण भी चिट्टे रंग का जिहड़ा झंडा वै वो अकाल तख्त साहब वालों दिखाई देवे तो वो आत्म समर्पण जिहड़े जुझारू हैं, संत जी हैं, वो कर देन। परंतु उहदे मन का भुलेखा सी, अजिहा कुछ नहीं होया। सिर्फ 150 के करीब बजुर्ग जिन्हां को चल नहीं सी हुंदा, जिन्हां दियां गोडे दुखदे सी, वो 150 के करीब श्रद्धालुआं ने आके जिहड़ा सी आत्म समर्पण किया। चलो वो तो एक संगत के रूप में सी, वो संगत जिहड़ी आई हुई सी, परंतु ਸਿੰਘਾਂ ने संतां दे जथियां चों किसी ने आत्म समर्पण नहीं किया। हुण 10 गार्ड्स नूं ये हदायत सीगी भी तुसीं घंटा घर वाले पासे तो दाखल होना, तो जदों तुसीं अंदर दाखल होना ड्योड़ी दीयां पौड़ियां उतर के जिहड़े नाल दे जिहड़े परिक्रमे हैं बाबा बुढ़ा साहिब जी जिहड़ी शबील है उत्थे तक ते नाल अकाल तख्त साहब तक तुसीं इस तरीके नाल उधर नूं जाना कि उन्हां कमरिਆਂ ਦੇ ਵਿੱਚ बने हुए मोर्चिਆਂ ते बंब सुट्टनी है, तो बंब सुट्टण तो बाद अंदर बौछाड़ करनी गोलियां दी, तां जो कोई अंदर सिंह जुझारू है तो वह अंदर ही अंदर मर जाए। इस तरह तुसीं हौली हौली कमरिਆਂ ते अपना काबू करदियां कब्जा करदियां अगे तक पहुँचना। इसलिए तुहानूं तुर के जाना पवे, दौड़ के जाना पवे, जां धरती ते रींग के जाना पवे, ये तुसीं मौके के हिसाब नाल अंदाज़ा लगाउणा। ये 10 गार्ड्स नूं हदायत सीगी। 10 बजे तकरीबन घंटा घर वाले पासियों 4 गड्डियां बख्तरबंद आईयां। उन्हां बख्तरबंद गड्डियां दे विच कमांडोज सीगे, वो कमांडोज उतरे। जदों कमांडोज की पहली पलटन अंदर दाखल होण लगी है, पौड़ियां उतरन लगी है, तो जुझारूआं ने उन्होंने पौड़ियां दे विच ही ढह ढेरी कर दिता। इस तो बाद थोड़े ही समय बाद दूजी पलटन आई है कमांडोज की। जदों दूजी पलटन आई है तो उन्होंने भी जुझारूआं ने पौड़ियां दे विच ही ढह ढेरी कर दिता, परिक्रमा तक उन्होंने नहीं पहुँच दिता। अजिहा इंज लग रहा सी, उन्होंने महसूस हो रहा सीगा कि जिस तरह पौड़ियां ही जड़ियां हन वो मौत का खूह जड़ा वो बन गईयां हन। फिर तीजी पलटन जान तो रुक गई, वो अगे नहीं सी जा रही। फिर उन्होंने उत्थे KS बराड़ ने उन्होंने गाल कढ़ी भी अंदर जाओ, अगे वधो, लेकिन उन्होंने फिर अगे वधन तो पहला गैस का इस्तेमाल किया। उस गैस के नाल जिहड़े जुझारू सीगे वो बेहोश होए। इस तरह वो पौड़ियां उतरे। जदों पौड़ियां उतरे है तो जिहड़े जुझारू शहीद होए अपने बेहोश होए सन, उन्होंने उन्हां ते गोलियां चला के उन्होंने उत्थे ही उन्होंने शहीद किया। जिहड़ी ड्योड़ी
ਡਿਊੜੀ ਹੈ, ਡਿਊੜੀ ਦੀਆਂ ਦੀਵਾਰਾਂ ਦੇ ਆਸੇ-ਪਾਸੇ ਜਿਨ੍ਹਾਂ ਨੇ ਆਪਣੇ ਮੋਰਚੇ ਬਣਾਏ ਹੋਏ ਸਨ। ਹੇਠਾਂ ਉਤਰੇ ਪ੍ਰਕਰਮਾਂ ਵੱਲ ਜਾਣ ਲੱਗੇ ਆ। ਜਦੋਂ ਪ੍ਰਕਰਮਾਂ ਵੱਲ ਜਾਣ ਲੱਗੇ ਆ, ਜਸਬੀਰ ਸਿੰਘ ਰੈਣਾ ਉਹਨਾਂ ਦੇ ਨਾਲ ਹੈ ਕੈਪਟਨ। ਅੰਦਰੋਂ ਪ੍ਰਕਰਮਾਂ ਦੇ ਵਿੱਚੋਂ ਸਿੰਘਾਂ ਨੇ ਗੋਲੀਆਂ ਦੀ ਬੁਛਾੜ ਕੀਤੀ। ਜਿਹੜਾ ਜਸਬੀਰ ਸਿੰਘ ਰੈਣਾ ਇਹ ਕਹਿੰਦਾ ਸੀ ਕਿ ਮੈਂ ਆਪਣੇ ਹੱਥਾਂ ਦੇ ਨਾਲ ਸੰਤਾਂ ਨੂੰ ਗੋਲੀ ਮਾਰਾਂਗਾ, ਸਿੰਘਾਂ ਨੇ ਉਹਦੀਆਂ ਲੱਤਾਂ ਜਿਹੜੀਆਂ ਸੀਗੀਆਂ ਉਹ ਉੱਥੇ ਹੀ ਛਲਣੀ ਕਰ ਦਿੱਤੀਆਂ। ਤੀਜੀ ਪਲਟਨ ਜਿਹੜੀ ਪ੍ਰਕਰਮਾਂ ਦੇ ਵਿੱਚ ਪਹੁੰਚੀ ਸੀ, ਉਹ ਪ੍ਰਕਰਮਾਂ ਦੇ ਵਿੱਚ ਹੀ ਉਹਨਾਂ ਨੂੰ ਢਹਿ ਢੇਰੀ ਕਰ ਦਿੱਤਾ। ਤੀਜੀ ਪਲਟਨ ਤੋਂ ਬਾਅਦ ਦੂਸਰੇ ਪਾਸੇ ਤੋਂ 26 ਮਦਰਾਸ ਜਿਹੜੀ ਸੀਗੀ ਉਹਨੇ ਐਂਟਰ ਹੋਣਾ ਸੀਗਾ ਬਖਤਰਬੰਦ ਗੱਡੀਆਂ ਦੇ ਨਾਲ ਉਹਨਾਂ ਦੇ ਗੋਤਾਖੋਰ ਸੀਗੇ। ਇਹ ਗੋਤਾਖੋਰ ਜਿਹੜੇ ਸਨ ਇਹਨਾਂ ਨੇ ਵੀ ਆਉਣਾ ਸੀ, ਜਿਹੜੇ ਨੇਵੀ ਦੇ ਕਮਾਂਡੋ ਸੀਗੇ ਗੋਤਾਖੋਰ। ਲੇਕਿਨ ਜਦੋਂ ਗੋਤਾਖੋਰਾਂ ਨੇ ਸਰੋਵਰ ਦੇ ਅੰਦਰ ਛਾਲਾਂ ਮਾਰੀਆਂ, ਇਹਨਾਂ ਨੂੰ ਇਸ ਲਈ ਛਾਲਾਂ ਮਾਰੀਆਂ ਸੀ ਤਾਂ ਜੋ ਇਹ ਸਰੋਵਰ ਦੇ ਵਿੱਚੋਂ ਦੀ ਤੈਰ ਕੇ ਅਕਾਲ ਤਖਤ ਸਾਹਿਬ ਵਾਲੇ ਪਾਸੇ ਨੂੰ ਨਿਕਲਣ ਅਤੇ ਉੱਥੋਂ ਨਿਕਲ ਕੇ ਜਾ ਕੇ ਅਕਾਲ ਤਖਤ 'ਤੇ ਸਿੱਧਾ ਪਹੁੰਚ ਜਾਣ। ਜਦੋਂ ਇਹ ਸਰੋਵਰ ਦੇ ਵਿੱਚ ਇਹਨਾਂ ਨੇ ਛਾਲਾਂ ਮਾਰੀਆਂ ਗੋਤਾਖੋਰਾਂ ਨੇ, 20 ਗੋਤਾਖੋਰਾਂ ਦੀ ਗਿਣਤੀ ਆ ਰਹੀ ਹੈ ਸ਼ੁਰੂਆਤ ਵਿੱਚ, ਸਿੰਘਾਂ ਨੇ ਇਹਨਾਂ ਨੂੰ ਸਰੋਵਰ ਦੇ ਵਿੱਚ ਹੀ ਢਹਿ ਢੇਰੀ ਕਰ ਦਿੱਤਾ। ਸਰੋਵਰ ਦਾ ਜਲ ਜਿਹੜਾ ਸੀਗਾ ਉਹ ਬਿਲਕੁਲ ਲਾਲ ਸੀ, ਜਿਹੜਾ ਉਹ ਦਿਖਾਈ ਦੇਣ ਲੱਗ ਪਿਆ। ਇਹ ਸਾਧ ਸੰਗਤ ਜੀ, ਇਸ ਤਰ੍ਹਾਂ ਜੰਗ ਦਾ ਜਿਹੜਾ ਆਗਾਜ਼ ਹੈ ਉਹ 5 ਜੂਨ ਰਾਤ ਨੂੰ 10 ਵਜੇ ਜਿਹੜਾ ਹੋਇਆ, ਜਿਹੜਾ ਅਗਲੇ ਦਿਨ ਸਵੇਰ ਤੱਕ ਚੱਲਦਾ ਰਿਹਾ। ਅਗਲੀ ਵਿਚਾਰ ਜਿਹੜੀ ਹੈ ਕਿਸ ਤਰੀਕੇ ਦੇ ਨਾਲ 26 ਮਦਰਾਸ ਅੰਦਰ ਆਈ ਹੈ। ਤੀਸਰੇ ਪਾਸੇ ਤੋਂ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਅਸਥਾਨ ਹੈ ਸ਼ਹੀਦਗੰਜ ਹੈ, ਉੱਧਰਲੇ ਪਾਸੇ ਆਟਾ ਮੰਡੀ ਵਾਲੇ ਪਾਸੇ ਤੋਂ 9 ਕੁਮਾਊਂ ਰੈਜੀਮੈਂਟ ਜਾਂ ਹੋਰ ਜਿਹੜੀ 15 ਗੜਵਾਲ ਹੈ ਉਹ ਕਿਸ ਤਰੀਕੇ ਨਾਲ ਅੰਦਰ ਆਏ ਹੈ, ਉਹ ਆਪਾਂ ਬੇਨਤੀਆਂ ਅਗਲੇ ਐਪੀਸੋਡ ਵਿੱਚ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਆਪਾਂ ਪਿਛਲੇ ਦਿਨਾਂ ਤੋਂ 1 ਜੂਨ 1984 ਤੋਂ ਲੈ ਕਰਕੇ 6 ਜੂਨ 1984 ਤੱਕ ਉਸ ਦਿਨ ਕੀ ਕੁਛ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਵਾਪਰਿਆ, ਉਸ ਦੀ ਆਪਾਂ ਵਿਚਾਰ ਕਰ ਰਹੇ ਹਾਂ। ਪਹਿਲਾਂ ਮੈਂ ਬੇਨਤੀ ਕਰਦੇ ਹਾਂ ਸਾਧ ਸੰਗਤ ਜੀ, ਇਹ ਜੋ ਕੁਛ ਵੀ ਆਪਾਂ ਹੁਣ ਤੱਕ ਵਿਚਾਰ ਕੀਤੀ ਹੈ ਇਹ ਕੰਪਲੀਟ ਨਹੀਂ ਹੈ, ਇਹ ਆਖਰੀ ਸੱਚ ਨਹੀਂ ਹੈ। ਇਹਦੇ ਵਿੱਚ ਹਲੇ ਬਹੁਤ ਕੁਛ ਐਸਾ ਹੈ ਜਿਹੜਾ ਵਿਚਾਰਨ ਵਾਲਾ ਹੈ ਔਰ ਬਹੁਤ ਕੁਛ ਹਲੇ ਕੁਛ ਐਸਾ ਬਾਕੀ ਹੈ। 38 ਸਾਲ ਹੋ ਗਏ ਹਨ, ਪਰੰਤੂ ਸਾਡੇ ਵਿਦਵਾਨਾਂ, ਸਾਡੇ ਇਤਿਹਾਸਕਾਰਾਂ ਦੀ ਉਹ ਪਕੜ ਤੋਂ ਦੂਰ ਹੈ, ਖੋਜ ਤੋਂ ਦੂਰ ਹੈ, ਹਲੇ ਵੀ ਇਹ ਖੋਜ ਦਾ ਮੁਤਾਜ ਹੈ। ਸੋ ਜਿਸ ਤਰ੍ਹਾਂ ਕਿ ਆਪਾਂ ਪਿੱਛੇ ਬੇਨਤੀ ਕਰਕੇ ਆਏ ਹਾਂ, ਪਿੱਛੇ ਵਿਚਾਰ ਕਰਕੇ ਆਏ ਹਾਂ ਕਿ ਜਿਹੜੀ 10 ਗਾਰਡਸ ਹੈ ਉਸਨੇ ਡਿਊੜੀ ਵਾਲੇ ਪਾਸੇ ਤੋਂ ਘੰਟਾ ਘਰ ਵਾਲੇ ਪਾਸੇ ਤੋਂ ਦਾਖਲ ਹੋਣਾ ਸੀ। 26 ਮਦਰਾਸ ਨੇ ਗੁਰੂ ਰਾਮਦਾਸ ਜੀ ਦਾ ਲੰਗਰ ਹਾਲ ਉਹਨਾਂ ਦੀ ਸਰਾਂ ਵਾਲੇ ਪਾਸੇ ਤੋਂ ਦਾਖਲ ਹੋਣਾ ਸੀ ਔਰ ਬਾਬਾ ਦੀਪ ਸਿੰਘ ਜੀ ਸ਼ਹੀਦਗੰਜ ਵਾਲਾ ਜਿਹੜਾ ਅਸਥਾਨ ਹੈ ਆਟਾ ਮੰਡੀ ਵਾਲੇ ਪਾਸੇ ਤੋਂ ਉੱਧਰੋਂ 9 ਕੁਮਾਊਂ ਰੈਜੀਮੈਂਟ ਅਤੇ ਗੜਵਾਲ ਦੀਆਂ ਜਿਹੜੀਆਂ ਰੈਜੀਮੈਂਟ ਹੈ ਉਹਨਾਂ ਨੇ ਦਾਖਲ ਹੋਣਾ ਸੀ। ਸਾਧ ਸੰਗਤ ਜੀ, ਇਸ ਵਿਚਾਰ ਨੂੰ ਅੱਗੇ ਚਲਾਉਣ ਤੋਂ ਪਹਿਲਾਂ, ਕਰਨ ਤੋਂ ਪਹਿਲਾਂ ਆਪਾਂ ਮੈਂ ਆਪ ਜੀ ਦੇ ਨਾਲ ਘਟਨਾ ਦਾ ਜ਼ਿਕਰ ਕਰਨਾ ਚਾਹਾਂਗਾ। ਦਰਬਾਰ ਸਾਹਿਬ ਦੀ ਸਰਾਂ ਦੇ ਵਿੱਚ ਨਾ 60 ਨੰਬਰ ਕਮਰਾ ਹੈ। ਉਸ ਕਮਰੇ ਦੇ ਵਿੱਚ ਤਕਰੀਬਨ 10 ਤੋਂ 12 ਸਿੰਘ ਜਿਹੜੇ ਆ ਉਹ ਯਾਤਰੀ ਜਿਹੜੇ ਆ ਆਰਾਮ ਨਾਲ ਬੈਠ ਸਕਦੇ ਹਨ, ਲੇਕਿਨ ਉਹਦੇ ਵਿੱਚ 60 ਯਾਤਰੂਆਂ ਨੂੰ ਵਾੜਿਆ ਗਿਆ, ਵਿੱਚੇ ਸਿੱਖ ਸਿੰਘ ਔਰ ਵਿੱਚੇ ਬੀਬੀਆਂ, ਔਰ 3 ਦਿਨ ਉਹਨਾਂ ਨੂੰ ਧਿਆਏ ਰੱਖਿਆ ਗਿਆ ਔਰ ਅੰਦਰ ਦੀ ਘੁਟਣ, ਕਿਉਂਕਿ ਦਰਵਾਜ਼ੇ ਬੰਦ ਹੋਣ ਦੇ ਕਰਕੇ ਜਦੋਂ ਉਹਨਾਂ ਨੂੰ ਬਾਹਰ ਕੱਢਿਆ ਗਿਆ ਉਹ ਕਮਰਾ ਤੋੜ ਕੇ ਖੋਲ੍ਹਿਆ ਗਿਆ ਅਤੇ ਉਹਦੇ 'ਚੋਂ 55 ਲਾਸ਼ਾਂ ਜਿਹੜੀਆਂ ਸੀਗੀਆਂ ਉਹ ਬਣ ਚੁੱਕੀਆਂ ਸੀ। ਸਿਰਫ 5 ਸਹਿਕਦੇ ਹੋਏ ਸਰੀਰ ਜਿਹੜੇ ਆ ਉਹ ਇਕੱਲੇ ਸੀਗੇ। ਇਸ ਤਰੀਕੇ ਦੇ ਨਾਲ ਜਿਹੜਾ ਦਿੱਲੀ ਦੀ ਸਰਕਾਰ ਹੈ, ਦਿੱਲੀ ਦੀ ਫੌਜ ਹੈ, ਉਹ ਸਿੰਘਾਂ ਦੇ ਉੱਪਰ ਵਹਿਸ਼ੀਆਨਾ ਹਮਲੇ ਜਿਹੜੇ ਆ ਉਹ ਕਰ ਰਹੇ ਸੀ ਔਰ ਉਹਨਾਂ ਦੇ ਨਾਲ ਇਹ ਖੇਡਾਂ ਜਿਹੜੀ ਕੇਂਦਰ ਸਰਕਾਰ ਹੈ ਉਹ ਖੇਡ ਰਹੀ ਸੀ।
ਸੋ ਸਾਧ ਸੰਗਤ ਜੀ 10 ਗਾਰਡਸ ਤੇ 10 ਗਾਰਡਸ ਤੇ ਜਿਹੜੇ 3 ਪਲਟਨਾਂ ਜਿਨ੍ਹਾਂ ਦੇ ਵਿੱਚ ਕਮਾਂਡੋ ਉਹਨਾਂ ਦੇ ਪੈਰਾਮਿਲਟਰੀ ਉਹ ਖਤਮ ਹੋ ਚੁੱਕੀਆਂ ਹਨ ਪਰਿਕਰਮਾ ਦੇ ਅੰਦਰ ਜਾਣ ਤੋਂ ਪਹਿਲਾਂ। ਜਦੋਂ ਫੌਜ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਜਨਰਲ ਸੁਬੇਗ ਸਿੰਘ ਨੇ ਸਿਰ ਤੇ ਹੱਥ ਮਾਰਿਆ ਔਰ ਸੁੰਦਰ ਜੀ ਜਿਹੜੇ ਦਰਬਾਰ ਸਾਹਿਬ ਤੋਂ 300 ਮੀਟਰ ਦੀ ਦੂਰ ਤੇ ਬਣਾਇਆ ਹੋਇਆ ਜਿਹੜਾ ਇਹਨਾਂ ਦਾ ਇਨਵੈਸਟੀਗੇਸ਼ਨ ਰੂਮ ਕਹਿ ਲਈਏ ਆਪਾਂ ਜਾਂ ਛੋਟਾ ਜਿਹਾ ਹੈੱਡਕੁਆਟਰ ਕਹਿ ਲਈਏ ਉਹਦੇ ਵਿੱਚ ਬੈਠਾ ਉਸਨੂੰ ਵਾਇਰਲੈਸ ਕੀਤੀ ਵੀ ਆਹ ਹਾਲਾਤ ਹੋਏ ਹੈ। ਦੂਸਰੇ ਪਾਸੇ ਤੋਂ ਜਿਹੜੀ 26 ਮਦਰਾਸ ਹੈ ਉਹ ਐਂਟਰ ਨਹੀਂ ਕਰ ਰਹੀ। ਉਹ ਐਂਟਰ ਤਾਂ ਨਹੀਂ ਕਰ ਰਹੀ ਕਿਉਂਕਿ ਲੰਗਰ ਹਾਲ ਵਾਲੇ ਪਾਸੇ ਦਾ ਗੇਟ ਜਿਹੜਾ ਲੋਹੇ ਦਾ ਉਹ ਬੰਦ ਹੈ, ਉਹਦੇ ਕੋਲੋਂ ਗੇਟ ਟੁੱਟ ਨਹੀਂ ਰਿਹਾ। ਇਹ ਕਰਦਿਆਂ ਤਕਰੀਬਨ ਰਾਤ ਦੇ 1-2 ਵੱਜ ਗਏ ਹਨ ਤੇ ਇਸ 1-2 ਵੱਜਣ ਦੇ ਸਮੇਂ ਦੇ ਵਿੱਚ ਇਹ ਆਪਾਂ 5 ਤਰੀਕ ਰਾਤ ਦੀ ਗੱਲ ਕਰ ਰਹੇ ਹਾਂ ਜਾਂ 6 ਤਰੀਕ ਸਵੇਰ ਦੀ ਕਹ ਲਈਏ ਕਿਉਂਕਿ 12 ਵਜੇ ਤੋਂ ਬਾਅਦ ਰਾਤ ਨੂੰ ਨਵਾਂ ਦਿਨ ਚੜ੍ਹ ਜਾਂਦਾ ਹੈ। 6 ਤਰੀਕ ਸਵੇਰ ਦੀ ਗੱਲ ਆਪਾਂ ਲੈ ਕੇ ਚੱਲਾਂਗੇ। 6 ਤਰੀਕ ਸਵੇਰ ਅੰਮ੍ਰਿਤ ਵੇਲੇ 1 ਤੋਂ 2 ਵਜੇ ਦਾ ਸਮਾਂ ਹੋ ਗਿਆ। ਪਰਿਕਰਮਾ ਦੇ ਵਿੱਚ ਸਿੰਘਾਂ ਨੇ ਫੌਜੀਆਂ ਦਾ ਤਾਂਡਵ ਨਾਚ ਨਚਾ ਦਿੱਤਾ। ਇੱਕ ਵਾਰ ਤਾਂ ਫੌਜੀਆਂ ਨੂੰ ਇਵੇਂ ਮਹਿਸੂਸ ਹੋ ਰਿਹਾ ਸੀ ਜਿਵੇਂ ਮੌਤ ਉਹਨਾਂ ਦੇ ਆਲੇ ਦੁਆਲੇ ਛੂਕ ਰਹੀ ਹੈ, ਉਹਨਾਂ ਦੇ ਕੰਨਾਂ ਦੇ ਵਿੱਚ ਮੌਤ ਜਿਹੜੀ ਹੈ ਉਹ ਭਿਨਭਿਨਾ ਰਹੀ ਹੈ। 4 ਬਖਤਰਬੰਦ ਗੱਡੀਆਂ ਸਿੰਘਾਂ ਨੇ ਰੂੰ ਵਾਂਗ ਹਵਾ ਦੇ ਵਿੱਚ ਉਡਾ ਦਿੱਤੀਆਂ ਤੇ ਕੁਲਦੀਪ ਸਿੰਘ ਬਰਾੜ ਨੂੰ ਕਹਿਣਾ ਪਿਆ ਆਪਣੀ ਕਿਤਾਬ ਜਿਹੜੀ ਬਲੂ ਸਟਾਰ ਆਪਰੇਸ਼ਨ ਹੈ, ਕਹਿੰਦਾ ਉਸਤਾਦ ਹੀ ਹੁੰਦਾ ਹੈ ਤੇ ਚੇਲਾ ਹੀ ਹੁੰਦਾ ਹੈ। ਇਸ ਤਰ੍ਹਾਂ ਦੀ ਕਹਿੰਦਾ ਮੋਰਚਾਬੰਦੀ ਮੈਂ ਅੱਜ ਤੱਕ ਨਹੀਂ ਦੇਖੀ। ਕਹਿੰਦਾ ਫੌਜੀਆਂ ਨੂੰ ਪਤਾ ਹੀ ਨਹੀਂ ਸੀ ਲੱਗ ਰਿਹਾ ਕਿ ਗੋਲੀਆਂ ਜਿਹੜੀਆਂ ਉਹ ਕਿੱਥੋਂ ਆ ਰਹੀਆਂ। ਉਹਨਾਂ ਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਕਿ ਇਹ ਗੋਲੀਆਂ ਕਿਸੇ ਅਣਜਾਣੇ ਮੰਡਲ ਦੇ ਵਿੱਚੋਂ ਆ ਰਹੀਆਂ ਹੋਣ। KS ਬਰਾੜ ਨੇ ਇਸਰਾਰ ਖਾਂ ਇੱਕ ਕਮਾਂਡਰ ਸੀਗਾ, ਕਰਨਲ ਸੀਗਾ ਇੱਕ ਪਲਟਨ ਦਾ, ਉਸ ਨੂੰ ਹੁਕਮ ਕੀਤਾ ਕਿ ਐਲੂਮੀਨੀਅਮ ਦੀਆਂ ਪੌੜੀਆਂ ਲੈ ਕੇ ਤੇ ਪਰਿਕਰਮਾ ਦੇ ਵਿੱਚੋਂ ਦੀ ਹੁੰਦਿਆਂ ਹੋਇਆਂ ਅਕਾਲ ਤਖਤ ਸਾਹਿਬ ਪਹੁੰਚਿਆ ਜਾਵੇ। ਜਦੋਂ ਉਹ ਪੌੜੀਆਂ ਲੈ ਕੇ ਅਕਾਲ ਤਖਤ ਸਾਹਿਬ ਡਿਓੜੀ ਵਾਲੇ ਪਾਸੇ ਤੋਂ ਉਹਨਾਂ ਨੇ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹ ਰਸਤੇ ਦੇ ਵਿੱਚ ਹੀ ਪੂਰੀ ਦੀ ਪੂਰੀ ਕੰਪਨੀ, ਪੂਰੀ ਦੀ ਪੂਰੀ ਪਲਟਨ ਜਿਹੜੀ ਹੈ ਉਹ ਸਿੰਘਾਂ ਨੇ, ਜੁਝਾਰੂਆਂ ਨੇ ਮਾਰ ਮੁਕਾਈ। ਫਿਰ KS ਬਰਾੜ ਨੇ ਕਿਹਾ ਵੀ ਇਸ ਤਰ੍ਹਾਂ ਗੱਲ ਨਹੀਂ ਬਣਨੀ। ਫਿਰ KS ਬਰਾੜ ਨੇ ਸੁੰਦਰ ਜੀ ਨੂੰ ਵਾਇਰਲੈਸ ਕੀਤੀ ਕਿ ਦਿੱਲੀ ਤੋਂ ਟੈਂਕ ਅੰਦਰ ਦਾਖਲ ਕਰਨ ਦੀ ਇਜਾਜ਼ਤ ਮੰਗੀ ਜਾਵੇ। ਦੂਸਰੇ ਪਾਸੇ 26 ਮਦਰਾਸ ਨੇ ਅੰਦਰ ਐਂਟਰ ਕਰਨਾ ਸੀ ਪਰੰਤੂ ਉਹ ਅੰਦਰ ਨਹੀਂ ਜਾ ਵੜ ਰਹੀ ਸੀ ਕਿਉਂਕਿ ਗੇਟ ਤਾਂ ਉਹਨੇ ਟੈਂਕ ਦੀ ਸਹਾਇਤਾ ਦੇ ਨਾਲ ਤੋੜ ਦਿੱਤਾ, ਲੇਕਿਨ ਜਿਹੜਾ ਲੰਗਰ ਹਾਲ ਦੀ ਪਰਿਕਰਮਾ ਤੋਂ ਅੰਦਰੋਂ ਐਂਟਰੀ ਹੈ ਪੌੜੀਆਂ ਉੱਥੇ ਤੱਕ ਨਹੀਂ ਸੀ ਪਹੁੰਚਣ ਦੇ ਰਹੇ। ਪਤਾ ਨਹੀਂ ਸੀ ਲੱਗ ਰਿਹਾ ਉਹਨਾਂ ਨੂੰ ਕਿੱਧਰਲੇ ਪਾਸਿਓਂ ਗੋਲੀਆਂ ਆ ਰਹੀਆਂ ਸਨ। 26 ਮਦਰਾਸ ਦੇ ਵੀ ਕਾਫੀ ਸਾਰੇ ਜਵਾਨ ਜਿਹੜੇ ਆ ਉਹ ਲੰਗਰ ਹਾਲ ਦੇ ਸਾਹਮਣੇ ਜਿਹੜਾ ਵਿਹੜਾ ਹੈ ਉਹਦੇ ਵਿੱਚ ਉਹਨਾਂ ਦੀਆਂ ਲਾਸ਼ਾਂ ਪਈਆਂ ਸੀਗੀਆਂ। ਸੋ ਟੈਂਕਾਂ ਦੀ ਮਦਦ ਲਈ ਗਈ, ਟੈਂਕਾਂ ਦੀ ਇਜਾਜ਼ਤ ਲਈ ਗਈ। ਪਹਿਲਾ ਟੈਂਕ ਅੰਦਰ ਵਾੜਿਆ ਗਿਆ। ਜਦੋਂ ਪਹਿਲਾ ਟੈਂਕ ਅੰਦਰ ਵਾੜਿਆ ਤੇ ਪਹਿਲਾ ਟੈਂਕ ਬਾਬਾ ਦੀਪ ਸਿੰਘ ਜਿਹੜੇ ਸ਼ਹੀਦ ਗੰਜ ਉਹਨਾਂ ਦਾ ਜਿਹੜਾ ਅਸਥਾਨ ਹੈ ਉਹਨਾਂ ਦੇ ਕੋਲ ਜਾ ਕੇ ਹੀ ਪਰਿਕਰਮਾ ਦੇ ਵਿੱਚ ਧੱਸ ਗਿਆ। ਤੇ ਮਾਨੋ ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਕਹਿ ਰਹੇ ਸਨ, ਕਹਿੰਦੇ ਓਏ ਭਲਿਓ ਲੋਕੋ, ਮੈਂ ਅੱਜ ਵੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਮੌਜੂਦ ਹਾਂ। ਮੈਂ ਇਸ ਦਰਬਾਰ ਸਾਹਿਬ ਦੀ ਆਨ ਤੇ ਸ਼ਾਨ ਨੂੰ ਬਚਾਉਣ ਵਾਸਤੇ ਤੇ ਮੈਂ ਆਪਣਾ ਸਿਰ ਜਿਹੜਾ ਉਹ ਭੇਟ ਕਰ ਦਿੱਤਾ। ਤੁਸੀਂ ਇੱਥੋਂ ਅੱਗੇ ਕਿੱਦਾਂ ਜਾਵੋਗੇ? ਦੂਸਰਾ ਟੈਂਕ ਜਦੋਂ ਅੰਦਰ ਵਾੜਿਆ ਗਿਆ ਤੇ ਦੂਸਰੇ ਟੈਂਕ ਦੇ ਉੱਪਰ ਜਿਹੜੀ ਮਸ਼ੀਨ ਗਨ ਲੱਗੀ ਸੀਗੀ, ਉਹ ਮਸ਼ੀਨ ਗਨ ਦੇ ਨਾਲ ਉਹਨਾਂ ਦੇ ਨਾਲ ਫਲੈਸ਼ ਲਾਈਟਾਂ ਹੁੰਦੀਆਂ ਟੈਂਕਾਂ ਦੇ ਉੱਪਰ। ਉਹਨਾਂ ਨੇ ਕਿਹਾ ਵੀ ਫਲੈਸ਼ ਲਾਈਟਾਂ ਇੰਨੀ ਤੇਜ਼ੀ ਨਾਲ ਚਲਾਈਆਂ ਜਾਣ ਕਿ ਤਾਂ ਜੋ ਜਿਹੜੇ ਜੁਝਾਰੂ ਹੈ ਉਹ ਅੰਨੇ ਹੋ ਜਾਣ, ਉਹਨਾਂ ਦੀਆਂ ਅੱਖਾਂ ਜਿਹੜੀਆਂ ਉਹ ਝੁੰਦਿਆ ਜਾਣ, ਉਹਨਾਂ ਨੂੰ ਕੁਛ ਦਿਖੇ ਨਾ। ਉਹ ਜਿਹੜੀਆਂ ਲਾਈਟਾਂ
ਟੈਂਕ ਨੇ 2 ਜਾਂ 3 ਵਾਰ ਮਾਰੀਆਂ, ਲੇਕਿਨ ਉਹਨਾਂ ਲਾਈਟਾਂ ਜਿਹੜੀਆਂ ਫਿਊਜ਼ ਹੋ ਗਈਆਂ, ਉਹ ਟੈਂਕ ਤੋਂ ਲਾਈਟ ਜਿਹੜੀਆਂ ਨਿਕਲਣੀ ਬੰਦ ਹੋ ਗਈ। ਉਸ ਤੋਂ ਬਾਅਦ ਤੀਸਰਾ ਟੈਂਕ ਵਾੜਿਆ ਗਿਆ। ਤੀਸਰੇ ਟੈਂਕ ਦੇ ਵੀ ਇਹੋ ਹਾਲਾਤ ਹੋਏ। ਉਸ ਦੀਆਂ ਫਲੈਸ਼ ਲਾਈਟਾਂ ਵੀ ਜਿਹੜੀਆਂ ਸੀ ਨਾ, ਉਹ 2-3 ਮਿੰਟ ਦੇ ਬਾਅਦ ਉਹ ਜਿਹੜੀਆਂ ਲਾਈਟਾਂ ਸੀਗੀਆਂ ਉਹ ਖਤਮ ਹੋ ਗਈਆਂ। ਤਕਰੀਬਨ ਇਸ ਕਾਰਵਾਈ ਨੂੰ ਹੁੰਦਿਆਂ 2-2:30 ਰਾਤ ਦੇ ਵੱਜ ਚੁੱਕੇ ਸਨ, ਜਦ ਕਿ KS ਬਰਾੜ ਨੇ ਕਿਹਾ ਸੀਗਾ ਕਿ ਅਸੀਂ 1 ਵਜੇ ਤੱਕ ਕਾਬੂ ਕਰਕੇ ਤੇ ਅਸੀਂ ਕਮਰਿਆਂ ਦੀ ਤਲਾਸ਼ੀ ਲੈ ਲੈਣੀ ਹੈ, ਕਮਰਿਆਂ 'ਤੇ ਆਪਣਾ ਜਿਹੜੇ ਪ੍ਰਕਰਮਾਂ ਦੇ ਕਮਰੇ ਹੈ ਉਹਦੇ 'ਤੇ ਕਬਜ਼ਾ ਕਰ ਲੈਣਾ। ਲੇਕਿਨ 2-2:30 ਵੱਜ ਗਏ ਔਰ ਇਹ ਸਾਰੀ ਕਾਰਵਾਈ ਨੂੰ 72 ਘੰਟੇ ਦਾ ਸਮਾਂ, 72 ਘੰਟੇ ਤੋਂ ਵੀ ਜ਼ਿਆਦਾ ਸਮਾਂ ਹੋ ਚੁੱਕਾ ਸੀ, ਲੇਕਿਨ ਫੌਜ ਦੀ ਜਿਹੜੀ ਵਾਹ ਪੇਸ਼ ਹੈ ਉਹ ਕੋਈ ਨਹੀਂ ਸੀ ਜਾ ਰਹੀ। ਉਸ ਤੋਂ ਬਾਅਦ ਜਦੋਂ ਬਖਤਰਬੰਦ ਗੱਡੀ ਅੰਦਰ ਵੜੀਆਂ ਹਨ ਤੇ ਵਿਦਵਾਨਾਂ ਨੇ ਲਿਖਿਆ ਕਿ ਅਕਾਲ ਤਖਤ ਸਾਹਿਬ ਦੇ ਪਾਸਿਓਂ ਇੱਕ ਰੌਕਟ ਲਾਂਚਰ ਆਇਆ। ਉਸ ਰੌਕਟ ਲਾਂਚਰ ਨੇ, ਜਿਹਨੂੰ RPG-7 ਕਹਿੰਦੇ ਹੈ, ਉਹਦਾ ਪੂਰਾ ਨਾਮ ਹੈ ਰਾਈਫਲ ਪ੍ਰੋਪੈਲਡ ਗ੍ਰਨੇਡ। ਉਹ ਇੱਕ ਰਾਈਫਲ ਦੇ ਨਾਲ ਜਿਹੜਾ ਰੌਕਟ ਲਾਂਚਰ ਹੈ ਉਹ ਚੱਲਦਾ ਹੈ। RPG-7 ਆਇਆ, ਉਹਨੇ ਬਖਤਰਬੰਦ ਗੱਡੀ ਨੂੰ ਰੂੰ ਦੇ ਵਾਂਗੂ ਉਹਨੇ ਹਵਾ ਦੇ ਵਿੱਚ ਉਡਾ ਦਿੱਤਾ ਔਰ ਉਹਦੇ ਵਿੱਚ ਬੈਠੇ ਜਿਹੜੇ ਫੌਜੀ ਸੀਗੇ, ਕਮਾਂਡੋ ਸੀਗੇ, ਉਹਨਾਂ 'ਚੋਂ ਕੁਛ ਮਰ ਗਏ ਤੇ ਕੁਛ ਥੱਲੇ ਡਿੱਗ ਗਏ। ਜਿਹੜੇ ਥੱਲੇ ਡਿੱਗੇ ਉਹ ਜ਼ਖਮੀ ਹਾਲਤ ਵਿੱਚ ਪ੍ਰਕਰਮਾਂ ਵਾਲੇ ਪਾਸੇ ਨੂੰ ਜਿਹੜੇ ਕਮਰੇ ਆ ਉੱਧਰ ਨੂੰ ਭੱਜੇ। ਜਦੋਂ ਉੱਧਰ ਨੂੰ ਭੱਜਣ ਲੱਗੇ ਤੇ ਪ੍ਰਕਰਮਾਂ ਦੇ ਵਿੱਚ ਸਿੰਘਾਂ ਨੇ ਉਹਨਾਂ 'ਤੇ ਗੋਲੀਆਂ ਦੀ ਬੌਛਾੜ ਕਰਤੀ, ਉਹਨਾਂ ਨੂੰ ਉੱਥੇ ਹੀ ਢਹਿ ਢੇਰੀ ਕਰਤਾ। ਇਸ ਤਰ੍ਹਾਂ 3 ਬਖਤਰਬੰਦ ਗੱਡੀਆਂ ਜਿਹੜੀਆਂ ਉਹ ਜੁਝਾਰੂਆਂ ਨੇ ਰੌਕਟ ਲਾਂਚਰਾਂ ਦੇ ਨਾਲ ਉਡਾ ਦਿੱਤੀਆਂ। ਜਦੋਂ ਰੌਕਟ ਲਾਂਚਰਾਂ ਦਾ ਪਤਾ ਲੱਗਾ KS ਬਰਾੜ ਨੂੰ, ਉਹ ਘਬਰਾ ਗਿਆ ਵੀ ਇਹਨਾਂ ਕੋਲ ਰੌਕਟ ਲਾਂਚਰ ਵੀ ਹੈਗੇ ਆ, ਜਿਨ੍ਹਾਂ ਦਾ ਸਾਨੂੰ ਪਤਾ ਹੀ ਨਹੀਂ ਸੀਗਾ ਵੀ ਉਹ ਰੌਕਟ ਲਾਂਚਰ ਵੀ ਇਸਤੇਮਾਲ ਕਰ ਸਕਦੇ ਹਨ। ਫਿਰ ਉਹਨਾਂ ਨੇ 5 ਵਜੇ ਸਵੇਰੇ ਦਿੱਲੀ ਨੂੰ ਉਠਾਇਆ, ਦਿੱਲੀ ਤੋਂ ਇਜਾਜ਼ਤ ਲਈ ਕਿ ਸਾਨੂੰ ਟੈਂਕਾਂ ਦੇ ਉੱਪਰ ਜਿਹੜੀਆਂ ਵੱਡੀਆਂ ਮਸ਼ੀਨ ਗੰਨਾਂ ਜਿਹੜੀਆਂ 105 mm ਦੀਆਂ ਹਨ, ਜਿਹੜੇ ਗੋਲੇ ਦਾਗਦੇ ਹਨ, ਉਹਨਾਂ ਦੀ ਸਾਨੂੰ ਇਜਾਜ਼ਤ ਦਿੱਤੀ ਜਾਵੇ, ਕਿਉਂਕਿ ਸਵੇਰ ਦੇ 5 ਵੱਜ ਗਏ ਹਨ ਤੇ ਅਜੇ ਤੱਕ ਰਾਤ ਦੀ 10:30 ਵਜੇ ਦੀ ਤਕਰੀਬਨ ਕਾਰਵਾਈ ਸ਼ੁਰੂ ਹੋਈ ਹੈ ਔਰ ਅਸੀਂ ਹਲੇ ਅਕਾਲ ਤਖਤ ਸਾਹਿਬ ਤੱਕ ਨਹੀਂ ਪਹੁੰਚ ਸਕੇ। ਸੋ ਸਾਧ ਸੰਗਤ ਜੀ, ਤਕਰੀਬਨ 5 ਵਜੇ ਫਿਰ ਉਹਨਾਂ ਨੇ 105 mm ਦੀਆਂ ਤੋਪਾਂ ਦੇ ਨਾਲ ਗੋਲੇ ਦਾਗੇ। ਅਕਾਲ ਤਖਤ ਸਾਹਿਬ ਦੀ ਪਹਿਲੀ ਮੰਜ਼ਿਲ, ਦੂਜੀ ਮੰਜ਼ਿਲ, ਤੀਜੀ ਮੰਜ਼ਿਲ ਹੌਲੀ ਹੌਲੀ ਉਸ ਨੂੰ ਤਹਿਸ ਨਹਿਸ ਕਰਦਿਆਂ ਹੋਇਆਂ 7:30 ਵਜੇ ਦਾ ਸਮਾਂ ਆ ਗਿਆ। 7:30 ਵਜੇ ਤੋਂ ਲੈ ਕੇ 10 ਵਜੇ ਤੱਕ ਆਮੋ ਸਾਹਮਣੇ ਜਿਹੜੀ ਹੈ ਉਹ ਜੰਗ ਹੋਈ ਹੈ ਅਕਾਲ ਤਖਤ ਸਾਹਿਬ ਦੇ। 10 ਵਜੇ ਦੇ ਕਰੀਬ ਫੌਜ ਨੇ ਅਕਾਲ ਤਖਤ ਸਾਹਿਬ ਤੇ ਜਿਹੜਾ ਆਪਣਾ ਕਬਜ਼ਾ ਸੀਗਾ, ਜਿਹੜੇ ਆਪਣਾ ਮਨਸੂਬਾ ਸੀਗਾ, ਉਹਦੇ ਵਿੱਚ ਉਹ ਕਾਮਯਾਬ ਹੋਈ ਹੈ। ਇੱਥੇ ਅਸੀਂ ਇੱਕ ਗੱਲ ਜ਼ਰੂਰ ਕਵਾਂਗੇ ਕਿ ਇਹ ਜਿਹੜੀ ਜੰਗ ਸੀਗੀ, ਇਹ ਇੱਕ ਅਸਾਮੀ ਜੰਗ ਸੀ। ਇਹ ਜੰਗ ਉਹੀ ਜੰਗ ਸੀ ਜੋ ਚਮਕੌਰ ਦੀ ਗੜੀ ਦੇ ਵਿੱਚ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਔਰ ਉਹਨਾਂ ਦੇ 40 ਸਿੰਘਾਂ ਨੇ ਔਰ 2 ਸਾਹਿਬਜ਼ਾਦਿਆਂ ਨੇ ਲੜੀ। ਕਿਉਂਕਿ ਬਾਹਰ ਫੌਜ 10 ਲੱਖ ਦੀ ਫੌਜ, ਜਿਹਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜ਼ਫਰਨਾਮੇ 'ਚ ਕਰਦੇ ਆ, ਗੁਰਸਨੇਹ ਕੀ ਕਾਰੇ ਕੋ ਨਦ ਚਹਿਲ ਨਰ ਕਿ ਦੈਲਕ ਬਰਾਇਦ ਬਰੋ ਬੇਖਬਰ। ਕਹਿੰਦੇ ਔਰੰਗਜ਼ੇਬ ਮੇਰੇ ਭੁੱਖੇ ਭਾਣੇ ਸ਼ੇਰ, ਉਹਨਾਂ ਦੇ ਪੈਰਾਂ 'ਤੇ ਵੀ ਛਾਲੇ, ਉਹਨਾਂ ਦੇ ਸਰੀਰ 'ਤੇ ਵੀ ਜ਼ਖਮੀ ਹੋਏ ਆ, ਉਹ ਤੇਰੀ 10 ਲੱਖ ਫੌਜ ਦਾ ਕੀ ਮੁਕਾਬਲਾ ਕਰ ਸਕਦੇ ਸੀ। ਬਿਲਕੁਲ ਇਹ ਉਹੀ ਜੰਗ ਜਿਹੜੀ ਹੈ ਉਹ ਅਕਾਲ ਤਖਤ ਸਾਹਿਬ 'ਤੇ ਹੋਈ। ਜਨਰਲ ਸੁਬੇਗ ਸਿੰਘ ਜਦੋਂ ਜ਼ਖਮੀ ਹੋਏ ਨਾ, ਬਹੁਤ ਜ਼ਿਆਦਾ ਜ਼ਖਮੀ ਹੋ ਗਏ ਤੇ ਜ਼ਖਮੀ ਹਾਲਤ ਦੇ ਵਿੱਚ ਉਹ ਸੰਤਾਂ ਦੇ ਕੋਲ ਪਹੁੰਚੇ ਹੈ ਤੇ ਸੰਤਾਂ ਕੋਲ ਜਦੋਂ ਪਹੁੰਚੇ ਤੇ ਸੰਤਾਂ ਨੇ ਉਹਨਾਂ ਦਾ ਜਿਹੜਾ ਸਿਰ ਹੈ ਉਹ ਆਪਣੇ ਗੋਦੀ ਦੇ ਵਿੱਚ ਲਿਆ। ਗੋਦੀ ਦੇ ਵਿੱਚ ਲਿਆ ਤੇ ਸੰਤਾਂ ਨੇ ਪੁੱਛਿਆ, ਕਹਿੰਦੇ ਸੁਬੇਗ ਸਿਆਂ ਕਿਸ ਤਰ੍ਹਾਂ ਮਹਿਸੂਸ ਕਰ ਰਿਹਾ ਤੇ ਕੀ ਮਹਿਸੂਸ ਕਰ ਰਿਹਾ। ਕਹਿੰਦਾ ਕਿ
ਕਲਗੀਆਂ ਵਾਲੇ ਦਾ ਖਾਲਸਾ ਹੋਵੇ, ਉਸ ਦੀ ਗੋਦੀ ਦੇ ਵਿੱਚ ਮੇਰਾ ਸਿਰ ਹੋਵੇ, ਆਖਰੀ ਸਮਾਂ ਹੋਵੇ ਮੇਰਾ, ਤੇ ਮੈਨੂੰ ਹੋਰ ਕੀ ਚਾਹੀਦਾ। ਇਤਨੀ ਗੱਲ ਕਹਿੰਦਿਆਂ ਹੀ ਜਨਰਲ ਸੁਬੇਗ ਸਿੰਘ ਨੇ ਆਪਣੇ ਸਵਾਸ ਜਿਹੜੇ ਸੀਗੇ ਉਹ ਤਿਆਗ ਦਿੱਤੇ ਤੇ ਸੰਤਾਂ ਨੇ ਉਸ ਦੀ ਜਿਹੜੀ ਕਾਰਬਾਈਨ ਸੀ ਉਹ ਉਹਦੇ ਸਰੀਰ ਦੇ ਨਾਲ ਹੀ ਇੱਕ ਪਾਸੇ ਰੱਖ ਦਿੱਤੀ। ਇਸੇ ਤਰ੍ਹਾਂ ਦਾ ਵਾਕਿਆ ਵਰਤਿਆ ਸੀ ਜਦੋਂ ਮੁਕਤਸਰ ਦੀ ਜੰਗ ਹੋਈ ਸੀ। ਉਦੋਂ ਭਾਈ ਸਾਹਿਬ ਭਾਈ ਮਹਾਂ ਸਿੰਘ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਆਂ ਵਾਲੇ ਦੀ ਗੋਦੀ ਦੇ ਵਿੱਚ ਸੀਗੇ। ਸੰਤਾਂ ਨੇ ਅਤੇ ਭਾਈ ਅਮਰੀਕ ਸਿੰਘ ਭੋਰੇ ਚੋਂ ਬਾਹਰ ਆ ਰਹੇ ਹਨ। ਹੁਣ ਦੇਖੋ, ਜਜ਼ਬਾ ਅਜੇ ਤੱਕ ਵੀ ਉਹਨਾਂ ਦੇ ਅੰਦਰੋਂ ਜਿਹੜਾ ਉਹ ਨਹੀਂ ਟੈਰੀ ਹੋਇਆ। ਚਾਹੇ ਫੌਜ ਅਕਾਲ ਤਖਤ ਸਾਹਿਬ ਤੱਕ ਪਹੁੰਚ ਚੁੱਕੀ ਹੈ, ਪਤਾ ਹੈ ਸੰਤਾਂ ਨੂੰ ਕਿ ਅਸੀਂ ਹੋਰ 2 ਘੜੀਆਂ ਜੀ ਲਵਾਂਗੇ, 2 ਘੜੀਆਂ ਹੋਰ ਮੁਕਾਬਲਾ ਕਰ ਲਵਾਂਗੇ, ਪਰ ਉਹਨਾਂ ਦੇ ਚਿਹਰੇ 'ਤੇ ਕੋਈ ਘਬਰਾਹਟ ਨਹੀਂ ਹੈ, ਕੋਈ ਸ਼ਿਕਵਾ ਨਹੀਂ ਹੈ, ਕੋਈ ਗਿਲਾ ਨਹੀਂ ਹੈ। ਭਾਈ ਅਮਰੀਕ ਸਿੰਘ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਭੋਰੇ ਚੋਂ ਬਾਹਰ ਨਿਕਲ ਰਹੇ ਤੇ ਭਾਈ ਅਮਰੀਕ ਸਿੰਘ ਤੇਜ਼ੀ ਦੇ ਨਾਲ ਦੌੜ ਕੇ ਸੰਤਾਂ ਦੇ ਅੱਗੇ ਆ ਗਿਆ। ਸੰਤਾਂ ਨੇ ਕਿਹਾ, ਇਹ ਕੀ ਕਰਨ ਲੱਗਾ? ਦੌੜ ਲਾਉਣ ਲੱਗਾ? ਕਹਿੰਦੇ ਹਾਂਜੀ। ਕਹਿੰਦੇ ਕਿੱਧਰ ਨੂੰ? ਕਹਿੰਦੇ ਮੌਤ ਵੱਲ ਨੂੰ। ਕਹਿੰਦੇ ਤੁਹਾਡੇ ਤੋਂ ਪਹਿਲਾਂ ਕਹਿੰਦੇ ਮੈਂ ਕਹਿੰਦੇ ਸ਼ਹੀਦ ਹੋਣਾ। ਜਦੋਂ ਉਹਨਾਂ ਦੇ ਸੰਤਾਂ ਦੇ ਅੱਗੇ ਆਇਆ ਤੇ ਗੋਲੀਆਂ ਦੀ ਬੁਛਾੜ ਦੇ ਨਾਲ ਭਾਈ ਅਮਰੀਕ ਸਿੰਘ ਜੀ ਉੱਥੇ ਹੀ ਢਹਿ ਹੋ ਗਏ। ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਨੇ ਭੋਰੇ ਦੇ ਵਿੱਚ ਆਪਣੇ ਨਾਲ ਦੇ ਜਿਹੜੇ ਬਚੇ ਸਿੰਘ ਸਨ ਉਹਨਾਂ ਨਾਲ ਮੀਟਿੰਗ ਕੀਤੀ, ਉਹਨਾਂ ਨੂੰ ਇਕੱਠਿਆਂ ਕੀਤਾ ਤੇ ਉਹਨਾਂ ਨੂੰ ਇੱਕ ਵਾਰ ਫਿਰ ਕਿਹਾ ਕਿ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਤੇ ਤੁਸੀਂ ਚਲੇ ਜਾਓ। ਆਖਰੀ ਮੌਕਾ ਹੈ ਤੁਹਾਡੇ ਵਾਸਤੇ। ਕੱਲ੍ਹ ਨੂੰ ਇਹ ਨਾ ਕਿ ਉਹ ਵੀ ਸਾਨੂੰ ਵੀ ਨਾਲ ਮਰਵਾ ਦਿੱਤਾ। ਪਰੰਤੂ ਉਹ ਮਰ ਜੀਵੜੇ ਮਹਾਂਪੁਰਸ਼ਾਂ ਦਾ ਸਾਥ ਕਿੱਦਾਂ ਛੱਡ ਸਕਦੇ ਸੀ। ਉਹ ਸੰਤਾਂ ਦੇ ਨਾਲ ਹੀ ਭੋਰੇ ਚੋਂ ਬਾਹਰ ਨਿਕਲੇ। ਫਿਰ ਉਸ ਤੋਂ ਬਾਅਦ ਸੰਤਾਂ ਨੇ ਜਦੋਂ ਅਕਾਲ ਤਖਤ ਸਾਹਿਬ ਦੇ ਵਿੱਚ ਭੋਰੇ ਚੋਂ ਬਾਹਰ ਨਿਕਲੇ, ਬਾਹਰ ਆਏ ਹਨ ਤੇ ਬਾਹਰ ਆ ਕੇ ਦਰਸ਼ਨੀ ਡਿਓੜੀ ਵੱਲ ਨੂੰ ਉਹਨਾਂ ਦਾ ਸੀਗਾ ਵੀ ਜਿੰਨੇ ਕੁ ਕਦਮ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੇ ਵੱਲ ਨੂੰ ਚੱਲਿਆ ਜਾਵੇ ਉਨਾ ਹੀ ਮੇਰਾ ਸਫਲ ਹੋਵੇਗਾ। ਜਿਤਨੇ ਵੀ ਕਦਮ ਉਧਰ ਨੂੰ ਚੱਲੇ ਹਨ ਅਕਾਲ ਤਖਤ ਸਾਹਿਬ ਵੱਲ ਨੂੰ, ਸਾਹਮਣਿਓਂ ਗੋਲੀਆਂ ਦੀ ਬੁਛਾੜ, ਸਾਹਮਣਿਓਂ ਗੋਲੇ, ਸਾਹਮਣਿਓਂ ਫਾਇਰਿੰਗ ਦੇ ਨਾਲ ਸੰਤਾਂ ਦਾ ਸਰੀਰ ਜਿਹੜਾ ਉਹ ਛਲਣੀ ਹੋ ਗਿਆ। ਸੰਤ ਉੱਥੇ ਹੀ ਢਹਿ ਹੋ ਗਏ। ਨਾਲ ਦੇ ਉਹਨਾਂ ਦੇ ਸਿੰਘ ਵੀ ਜਿਹੜੇ ਸੀਗੇ ਉਹ ਉਹਨਾਂ ਨੇ ਸ਼ਹਾਦਤ ਦਾ ਜਾਮ ਜਿਹੜਾ ਸੀਗਾ ਉਹ ਪੀ ਲਿਆ। ਇਹ ਤਕਰੀਬਨ ਜੋ ਸਮਾਂ ਹੈ, ਇਹ ਤਕਰੀਬਨ ਸਮਾਂ ਸਵੇਰ ਦੇ 6 ਤਰੀਕ ਸਵੇਰੇ 9 ਵਜੇ ਤੋਂ ਲੈ ਕੇ ਤੇ 10 ਵਜੇ ਦੇ ਵਿਚਕਾਰ ਦਾ ਟਾਈਮ ਹੋਏਗਾ ਜਦੋਂ ਸੰਤਾਂ ਦੀ ਔਰ ਉਹਨਾਂ ਦੀ ਆਖਰੀ ਜਿਹੜੇ ਸਿੰਘ ਸੀਗੇ ਉਹਨਾਂ ਦੀ ਸ਼ਹਾਦਤ ਹੋਈ। ਸੋ ਸਾਧ ਸੰਗਤ ਜੀ, ਤਕਰੀਬਨ 10 ਕੁ ਵਜੇ ਹਿੰਦੁਸਤਾਨ ਦੀ ਫੌਜ ਦਾ, ਭਾਰਤ ਦੀ ਜਿਹੜੀ ਬਦਤਮੀਜ਼ ਆਪਾਂ ਸ਼ਬਦ ਵਰਤੀਏ, ਉਸ ਫੌਜ ਦਾ ਪੂਰਾ ਕਬਜ਼ਾ ਅਕਾਲ ਤਖਤ ਸਾਹਿਬ ਤੇ ਹੋਇਆ। ਅਕਾਲ ਤਖਤ ਸਾਹਿਬ ਤਾਂ ਦਿਖਾਈ ਨਹੀਂ ਸੀ ਦਿੰਦਾ, ਲੇਕਿਨ ਆਸੇ-ਪਾਸੇ ਧੂੰਆਂ ਹੀ ਧੂੰਆਂ ਜਿਹੜਾ ਉਹ ਸਾਰਾ ਦਿਖਾਈ ਦੇ ਰਿਹਾ ਸੀਗਾ। ਸੋ ਸਾਧ ਸੰਗਤ ਜੀ, ਇਸ ਤਰੀਕੇ ਦੇ ਨਾਲ 1984 ਦਾ ਜੋ ਵਹਿਸ਼ੀਆਨਾ ਹਮਲਾ ਹੈ ਉਹ ਸਰਕਾਰ ਨੇ ਕੀਤਾ। ਔਰ ਵੈਸੇ ਵੀ ਸਰਕਾਰ ਦੇ ਮਨ ਵਿੱਚ ਇਹ ਬਹੁਤ ਦਿਨਾਂ ਦਾ ਸੀਗਾ ਕਿ ਕਿਸ ਤਰੀਕੇ ਦੇ ਨਾਲ ਸਿੱਖਾਂ ਨੂੰ ਸਬਕ ਸਿਖਾਇਆ ਜਾਵੇ। ਜਿਹੜਾ ਲਫ਼ਜ਼ ਉਹ ਵਰਤਦੇ ਸਨ ਕਿ ਸਿੱਖਾਂ ਨੂੰ ਸਬਕ ਸਿਖਾਇਆ ਜਾਵੇ। ਸੋ ਸਾਧ ਸੰਗਤ ਜੀ, ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਹੱਲੇ ਵੀ ਬਹੁਤ ਕੁਝ ਬਾਕੀ ਹੈ। ਇਸ ਸੰਘਰਸ਼ ਦੇ ਬਾਰੇ ਵਿਚਾਰ ਕਰਨ ਦਾ ਬਹੁਤ ਸਾਰੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਦੇਣ ਦਾ ਫਿਰ ਕਿਤੇ ਸਮਾਂ ਮਿਲਿਆ ਤੇ ਆਪਾਂ ਇਹਨਾਂ 'ਤੇ ਵਿਚਾਰ ਕਰਾਂਗੇ। ਇਹਨਾਂ ਦਿਨਾਂ ਦੇ ਵਿੱਚ ਹੋਈਆਂ ਗਲਤੀਆਂ, ਹੋਈਆਂ ਭੁੱਲਾਂ ਲਈ ਦਾਸ ਗਿਆਨੀ ਕੁਲਵਿੰਦਰ ਸਿੰਘ ਭੋਗਪੁਰ ਖਿਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।